रेडियो वॉइस ऑफ खालसा सुन रहे सारे श्रोतिਆਂ ਦਾ ਪ੍ਰੋਗਰਾਮ ਕਿਤਾਬ ਸੰਸਾਰ ਦੇ ਵਿੱਚ ਸਵਾਗਤ ਹੈ ਜੀ। ਦਾਸ ਜਰਨੈਲ ਸਿੰਘ ਚੱਕਰ ਦੀ ਫਤਿਹ ਆਪ ਸਾਰੇ ਸਰੋਤਿਆਂ ਨੇ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰੋਤਿਓ, ਅਸੀਂ ਪਿਛਲੇ ਦਿਨਾਂ ਤੋਂ ਕਿਤਾਬ ਦਾ ਨਾਮ ਸਿੱਖ ਰਾਜ ਕਿਵੇਂ ਬਣਿਆ ਗਿਆਨੀ ਸੋਹਣ ਸਿੰਘ ਸੀਤਲ ਦੀ ਕਲਮ ਤੋਂ ਲਿਖੀ ਹੋਈ ਇਹ ਕਿਤਾਬ ਅਸੀਂ ਪਿਛਲੇ ਦਿਨਾਂ ਤੋਂ ਪੜ੍ਹ ਰਹੇ ਹਾਂ। ਸੋ ਇਸ ਕਿਤਾਬ ਦੇ ਅਸੀਂ 72 ਪੰਨੇ ਪੜ੍ਹ ਚੁੱਕੇ ਹਾਂ ਅਤੇ 72 ਪੰਨਿਆਂ ਦੇ ਵਿੱਚ ਸਿੱਖ ਰਾਜ ਦੇ ਬਾਰੇ, ਸਿੰਘਾਂ ਦੀ ਬਹਾਦਰੀ ਦੇ ਬਾਰੇ ਕਾਫੀ ਕੁਛ ਅਸੀਂ ਪੜ੍ਹਿਆ ਹੈ। ਸੋ ਆਓ ਅੱਜ 72 ਪੰਨੇ ਤੋਂ ਅੱਗੇ ਅਸੀਂ ਇਸ ਕਿਤਾਬ ਨੂੰ ਸ਼ੁਰੂ ਕਰਾਂਗੇ ਗਿਆਨੀ ਸੋਹਣ ਸਿੰਘ ਸੀਤਲ ਜੀ ਦੀ ਕਲਮ ਤੋਂ। ਅਸੀਂ ਉੱਪਰ ਸੁਣਾਏ ਹਾਂ ਕਿ ਅਫਗਾਨਿਸਤਾਨ ਹਿੰਦ ਦਾ ਸੂਬਾ ਸੀ। ਦਿੱਲੀ ਦੇ ਬਾਦਸ਼ਾਹ ਨੇ ਅਫਗਾਨਿਸਤਾਨ, ਪਿਸ਼ਾਵਰ ਤੇ ਦਰਿਆ ਅਟਕ ਤੋਂ ਲਹਿੰਦੇ ਪਾਸੇ ਦਾ ਬਾਕੀ ਸਾਰਾ ਮੁਲਕ ਨਾਦਰ ਦੇ ਹਵਾਲੇ ਕਰ ਦਿੱਤਾ। ਇੱਥੇ ਹੀ ਬਸ ਨਹੀਂ, ਅਟਕ ਤੋਂ ਚੜ੍ਹਦੇ ਪਾਸੇ ਦਾ ਬਹੁਤ ਸਾਰਾ ਇਲਾਕਾ, ਖਾਸ ਪ੍ਰਸਿੱਧ 4 ਮੁਹਾਲ, ਗੁਜਰਾਤ, ਸਿਆਲਕੋਟ, ਔਰੰਗਾਬਾਦ ਤੇ ਪਸਰੂਰ ਵੀ ਨਾਦਰ ਦੇ ਕਬਜ਼ੇ ਵਿੱਚ ਦਿੱਤੇ ਗਏ। ਦਿੱਲੀ ਵਿੱਚੋਂ ਨਾਦਰ ਮਾਲ ਕਿੰਨਾ ਕੁ ਲੁੱਟ ਕੇ ਲੈ ਗਿਆ, ਇਸ ਦਾ ਅੰਦਾਜ਼ਾ ਵੱਖੋ ਵੱਖਰਾ ਹੈ। ਤਖਤ, ਤਾਊਸ ਤੇ ਕੋਹੇਨੂਰ ਹੀਰਾ ਤਾਂ ਪ੍ਰਸਿੱਧ ਹੈ, ਪਰ ਇਸ ਤੋਂ ਵੱਖਰਾ ਕਰੋੜਾਂ ਰੁਪਏ ਦਾ ਮਾਲ ਤੇ ਨਗਦੀ ਸੀ। ਇਸ ਹਮਲੇ ਨੇ ਮੁਗਲ ਰਾਜ ਦੀਆਂ ਜੜ੍ਹਾਂ ਖੋਖਲੀਆਂ ਕਰ ਦਿੱਤੀਆਂ। ਦੱਖਣ ਬੰਗਾਲ ਤੇ ਅਵਧ ਉੱਤੇ ਤਾਂ ਉਹਦਾ ਪਹਿਲਾਂ ਹੀ ਕੋਈ ਅਸਰ ਨਹੀਂ ਸੀ, ਹੁਣ ਸੂਬਾ ਲਾਹੌਰ ਉੱਤੋਂ ਵੀ ਜਾਂਦਾ ਰਿਹਾ। ਨਾਦਰ 5 ਮਈ 1739 ਈਸਵੀ ਨੂੰ ਦਿੱਲੀ ਤੋਂ ਵਿਦਿਆ ਹੋਇਆ ਤੇ ਲਾਹੌਰ ਆ ਡੇਰਾ ਲਾਇਆ। ਉਹਦਾ ਆਉਣਾ ਸੁਣ ਕੇ ਸਾਰਾ ਪੰਜਾਬ ਹੀ ਖਾਲੀ ਹੋ ਗਿਆ ਸੀ। ਲੋਕ ਜੋ ਕੁਛ ਚੁੱਕ ਸਕੇ ਚੁੱਕ ਕੇ ਪਹਾੜਾਂ ਨੂੰ ਚੜ੍ਹ ਗਏ। ਅੱਗੇ ਉੱਥੇ ਸਿੱਖ ਪਹਿਲੇ ਡੇਰੇ ਲਾਈ ਬੈਠੇ ਸਨ। ਉਹਨਾਂ ਪੰਥ ਵਿਰੋਧੀਆਂ ਨੂੰ ਚੁਣ ਚੁਣ ਕੇ ਲੁੱਟਿਆ। ਮੁੱਕਦੀ ਗੱਲ, ਜਾਣ ਵਾਲਿਆਂ ਵਿੱਚੋਂ ਕੁਛ ਤਾਂ ਸਿੱਖਾਂ ਹੱਥੋਂ ਲੁੱਟੇ ਗਏ ਤੇ ਕੁਛ ਆਪ ਸਿੰਘ ਸੱਜ ਕੇ ਪੰਥ ਵਿੱਚ ਰਲ ਗਏ। ਜਦ ਨਾਦਰ ਦਿੱਲੀ ਬੈਠਾ ਸੀ, ਸਿੰਘਾਂ ਨੇ ਪੰਜਾਬ ਦੇ ਮੈਦਾਨਾਂ ਵਿੱਚ ਆ ਦਰਸ਼ਨ ਦਿੱਤੇ। ਝਨਾਹ ਤੋਂ ਲੈ ਕੇ ਕਰਨਾਲ ਤੱਕ ਦਾ ਸਾਰਾ ਇਲਾਕਾ ਉਹਨਾਂ ਲੁੱਟ ਲਿਆ। ਸਿੱਖ ਸਰਦਾਰਾਂ ਦੀ ਮਾਇਕ ਤੰਗੀ ਇਸ ਲੁੱਟ ਨੇ ਦੂਰ ਕਰ ਦਿੱਤੀ। ਨਾਦਰ ਵਾਪਸ ਮੁੜਿਆ ਤਾਂ ਸਿੰਘਾਂ ਨੇ ਗੁਰਮਤਾ ਕੀਤਾ ਕਿ ਦਿੱਲੀ ਦੀ ਲੁੱਟ ਵਿੱਚੋਂ ਆਪਣਾ ਹਿੱਸਾ ਵੰਡਾਏ। ਬਿਨਾਂ ਨਾਦਰ ਨੂੰ ਨਹੀਂ ਜਾਣ ਦੇਣਾ ਚਾਹੀਦਾ। ਜਿਸ ਨਾਦਰ ਦੇ ਨਾਂ ਤੋਂ ਲਾਹੌਰ ਤੇ ਦਿੱਲੀ ਦੀ ਸਰਕਾਰ ਥਰ-ਥਰ ਕੰਬਦੀ ਸੀ, ਉਸ ਨਾਦਰ ਦੀ ਫੌਜ ਸਿੰਘਾਂ ਨੇ ਦਿਲ ਖੋਲ੍ਹ ਕੇ ਲੁੱਟੀ। ਮੁੱਕਦੀ ਗੱਲ, ਇਸ ਹਮਲੇ ਨੇ ਪੰਥ ਨੂੰ ਵਧਣ ਫੁੱਲਣ ਵਿੱਚ ਬੜੀ ਮਦਦ ਦਿੱਤੀ। ਉਹਦੀ ਗਿਣਤੀ ਤੇ ਮਾਇਕ ਹਾਲਤ ਵਿੱਚ ਬਹੁਤ ਵਾਧਾ ਹੋ ਗਿਆ। ਜਦ ਇਹ ਖਬਰ ਨਾਦਰ ਨੂੰ ਲਾਹੌਰ ਪਹੁੰਚੀ, ਉਹ ਕ੍ਰੋਧ ਵਿੱਚ ਲੋਹਾ ਲਾਖਾ ਹੋ ਕੇ ਖਾਨ ਬਹਾਦਰ ਨੂੰ ਕਹਿਣ ਲੱਗਾ, ਉਹ ਸਿੱਖ ਕੌਣ ਹਨ ਜਿਨ੍ਹਾਂ ਸ਼ਹਿਨਸ਼ਾਹ ਨਾਦਰ ਸ਼ਾਹ ਦੀ ਫੌਜ ਲੁੱਟ ਲਈ ਹੈ? ਕਿੱਥੇ ਹਨ ਉਹਨਾਂ ਦੇ ਘਰ? ਮੈਂ ਸਾੜ ਕੇ ਸੁਆਹ ਕਰ ਦਿਆਂਗਾ। ਕਿਹੜੀ ਹੈ ਉਹਨਾਂ ਦੀ ਬਾਦਸ਼ਾਹੀ? ਮੈਂ ਮਲੀਆ ਮੇਟ ਕਰ ਦਿਆਂਗਾ। ਖਾਨ ਬਹਾਦਰ ਨੇ ਉੱਤਰ ਦਿੱਤਾ, ਜੇਤੂ ਬਾਦਸ਼ਾਹ, ਮੈਂ ਸਿੱਖਾਂ ਦੇ ਘਰ ਤੇ ਬਾਦਸ਼ਾਹੀ ਕਿੱਥੇ ਦੱਸਾਂ? ਉਹਨਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਉੱਤੇ ਹਨ ਤੇ ਉਹਨਾਂ ਦੀ ਬਾਦਸ਼ਾਹੀ ਸਾਰੀ ਦੁਨੀਆ ਉੱਤੇ ਉਹਨਾਂ ਦੇ ਕਥਨ ਅਨੁਸਾਰ ਹੈ। ਉਹ ਭੁੱਖੇ ਨੰਗੇ ਜੰਗਲਾਂ ਦੇ ਕੰਢੇ ਲਤਾੜਦੇ ਤੇ ਸਰਕਾਰ ਦੀਆਂ ਗੋਲੀਆਂ ਦਾ ਸ਼ਿਕਾਰ ਹੁੰਦੇ ਜਾਂ ਚਰਖੜੀ ਉੱਤੇ ਚੜ੍ਹਦੇ ਤੇ ਬੰਦ ਕਟਾਉਂਦੇ ਵੀ ਕਹਿੰਦੇ ਹਨ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਉਹਨਾਂ ਦੇ ਘਰ ਘਾਟ ਕੋਈ ਨਹੀਂ, ਸੱਜਣ ਸਨੇਹੀ ਕੋਈ ਨਹੀਂ। ਸਰਕਾਰ ਵੱਲੋਂ ਉਹਨਾਂ ਦੇ ਮਾਰਨ ਵਾਲੇ ਨੂੰ ਇਨਾਮ ਦਿੱਤਾ ਜਾਂਦਾ ਹੈ। ਖਾਣ ਨੂੰ ਰਾਜਮਾ ਮਿਲਦਾ ਨਹੀਂ, ਪੂਰਾ ਕੱਪੜਾ ਤਨ ਢੱਕਣ ਨੂੰ ਨਸੀਬ ਨਹੀਂ ਹੁੰਦਾ, ਪਰ ਉਹਨਾਂ ਦਾ ਦਾਅਵਾ ਹੈ ਸਾਰੀ ਦੁਨੀਆ ਉੱਤੇ ਬਾਦਸ਼ਾਹੀ ਕਰਨ ਦਾ। ਲੜਾਕੇ ਏਡੇ ਹਨ ਕਿ 1.25 ਲੱਖ ਨਾਲ ਇਕੱਲਾ ਟਾਕਰਾ ਕਰਨ ਨੂੰ ਤਿਆਰ ਹੋ ਪੈਂਦਾ ਹੈ ਤੇ ਅਭਿਮਾਨੀ ਏਡੇ ਕਿ ਬਾਕੀ ਸਭ ਦੁਨੀਆ ਨੂੰ 84 ਤੇ ਆਪਣੇ ਆਪ ਨੂੰ ਅਕਾਲ ਪੁਰਖ ਦਾ ਖਾਲਸਾ ਮੰਨਦੇ ਨੇ। ਸਾਡੇ ਘੋੜਿਆਂ ਨਾਲੋਂ ਉਹ ਵਧੇਰੇ ਭੱਜ ਸਕਦੇ ਨੇ। ਥਕੇਵਾਂ, ਨੀਂਦ ਜਾਂ ਭੁੱਖ ਦੀ ਪਰਵਾਹ ਨਹੀਂ ਕਰਦੇ। ਢਹਿੰਦੀ ਕਲਾ ਉਹਨਾਂ ਦੇ ਨੇੜੇ ਕਦੇ ਨਹੀਂ ਢੁਕੀ। ਇਸ ਤਰ੍ਹਾਂ ਦੇ ਹਨ ਉਹ ਸਿੱਖ ਜਿਨ੍ਹਾਂ ਆਪ ਜੀ ਦੀ ਫੌਜ ਲੁੱਟੀ ਹੈ। ਨਾਦਰ ਸ਼ਾਹ ਨੇ ਠੰਡਾ ਸਾਹ ਭਰ ਕੇ ਕਿਹਾ, ਇਹ ਗੱਲ ਹੈ?
ਤਾਂ ਉਹ ਜ਼ਰੂਰ ਇਸ ਦੇਸ਼ ਦੇ ਬਾਦਸ਼ਾਹ ਬਣ ਜਾਣਗੇ। ਤੁਸੀਂ ਕੀ ਕੋਈ ਸ਼ਕਤੀ ਵੀ ਉਹਨਾਂ ਨੂੰ ਆਪਣੇ ਨਿਸ਼ਾਨੇ ਤੇ ਪਹੁੰਚਣ ਤੋਂ ਰੋਕ ਨਹੀਂ ਸਕੇਗੀ। ਅੰਤ 4 ਮੁਹਾਲ ਦੇ ਨਾਲ ਲੱਗਦੇ ਹੋਰ ਇਲਾਕੇ ਖਾਨ ਬਹਾਦਰ ਨੂੰ 20 ਲੱਖ ਸਰਾਨਾ ਖਿਰਾਜ ਬਦਲੇ ਦੇ ਕੇ ਨਾਦਰ ਵਾਪਸ ਕੰਧਾਰ ਚਲਾ ਗਿਆ। ਖਾਨ ਬਹਾਦਰ ਦਰਿਆ ਚਨਾਹ ਤੱਕ ਨਾਦਰ ਨੂੰ ਤੋਰਨ ਗਿਆ। ਇਸ ਆਗਿਆਕਾਰੀ ਬਦਲੇ ਨਾਦਰ ਨੇ ਖਾਨ ਬਹਾਦਰ ਦੀ ਪਦਵੀ ਵਧਾਉਣ ਵਾਸਤੇ ਬਾਦਸ਼ਾਹ ਦਿੱਲੀ ਨੂੰ ਚਿੱਠੀ ਲਿਖੀ। ਉਸ ਦੀ ਪਾਲਣਾ ਕਰਦਿਆਂ ਹੋਇਆਂ ਬਾਦਸ਼ਾਹ ਨੇ ਖਾਨ ਬਹਾਦਰ ਜ਼ਕਰੀਆ ਖਾਨ ਨੂੰ 8 ਹਜ਼ਾਰੀ ਦੀ ਪਦਵੀ ਤੇ ਸੈਫੋਦੌਲਾ ਦਾ ਖਿਤਾਬ ਦਿੱਤਾ। ਨਾਲ ਹੀ ਮੁਲਤਾਨ ਦੀ ਸੂਬੇਦਾਰੀ ਵੀ ਖਾਨ ਬਹਾਦਰ ਨੂੰ ਦੇ ਦਿੱਤੀ, ਕਿਉਂਕਿ ਉੱਥੋਂ ਦਾ ਸੂਬੇਦਾਰ ਅਬਦ ਸਮਦ ਖਾਨ ਬਹਾਦਰ ਦਾ ਪਿਤਾ ਮਰ ਚੁੱਕਾ ਸੀ। ਖਾਨ ਬਹਾਦਰ ਨੇ ਆਪਣੇ ਮਾਤਹਿਤ ਆਪਣੇ ਪੁੱਤਰ ਸ਼ਾਹ ਨਿਵਾਜ਼ ਨੂੰ ਮੁਲਤਾਨ ਦਾ ਨਾਇਕ ਸੂਬੇਦਾਰ ਬਣਾ ਦਿੱਤਾ। ਨਾਦਰ 5 ਮਹੀਨੇ ਹਿੰਦ ਵਿੱਚ ਰਿਹਾ। ਸਿੱਖਾਂ ਵਾਸਤੇ ਇਹ ਸੁਨਹਿਰੀ ਸਮਾਂ ਸੀ। ਉਹਨਾਂ ਲੁੱਟਮਾਰ ਕਰਕੇ ਆਪਣੀ ਤਾਕਤ ਚੰਗੀ ਵਧਾ ਲਈ। ਉਸ ਵੇਲੇ ਸਿੱਖ ਪੂਰੀ ਤਰ੍ਹਾਂ ਜਥੇਬੰਦ ਸਨ। ਉਹਨਾਂ ਕੋਲ ਨਵਾਬ ਕਪੂਰ ਸਿੰਘ ਤੇ ਸਰਦਾਰ ਬਾਗ ਸਿੰਘ ਵਰਗੇ ਧੜੱਲੇਦਾਰ ਲੀਡਰ ਸਨ। ਨਾਦਰ ਦਿੱਲੀ ਨੂੰ ਜਾਂਦਾ ਹੋਇਆ ਸੂਬਾ ਲਾਹੌਰ ਦੀਆਂ ਬਹੁਤ ਸਾਰੀਆਂ ਫੌਜਾਂ ਨਾਲ ਲੈ ਗਿਆ ਸੀ। ਪਿੱਛੋਂ ਪੰਜਾਬ ਅਸਲੋਂ ਸੁੰਨਾ ਰਹਿ ਗਿਆ ਸੀ। ਸਿੰਘ ਲੁਕੀਆਂ ਹੋਈਆਂ ਥਾਵਾਂ ਚੋਂ ਨਿਕਲੇ ਤੇ ਪੰਜਾਬ ਦੇ ਮੈਦਾਨਾਂ ਵਿੱਚ ਲੁੱਟ ਮਚਾ ਦਿੱਤੀ। ਮੁਸਲਮਾਨਾਂ ਦੇ ਇਲਾਕਿਆਂ ਦੇ ਚੌਧਰੀਆਂ ਦੇ ਘਰ ਲੁੱਟੇ ਗਏ। ਅਨੇਕਾਂ ਉਹ ਲੋਕ ਜਿਨ੍ਹਾਂ ਨੇ ਮੁਸਲਮਾਨ ਹਾਕਮਾਂ ਹੱਥੋਂ ਕਦੇ ਦੁੱਖ ਉਠਾਏ ਸਨ, ਉਹ ਘਰ ਘਾਟ ਛੱਡ ਕੇ ਸਿੱਖਾਂ ਵਿੱਚ ਰਲ ਗਏ। ਜਿਹੜਾ ਇੱਕ ਵਾਰ ਅੰਮ੍ਰਿਤ ਛਕ ਕੇ ਸਿੰਘ ਸੱਜ ਜਾਂਦਾ ਸੀ, ਉਹ ਕਦੇ ਵੀ ਫਿਰ ਪਛਾਣ ਨਹੀਂ ਸੀ ਵਰਤ ਸਕਦਾ। ਇਸ ਤਰ੍ਹਾਂ ਮਾਲੀ ਤਾਕਤ ਦੇ ਨਾਲ ਨਾਲ ਸਿੰਘਾਂ ਦੀ ਗਿਣਤੀ ਵੀ ਵੱਧ ਗਈ। ਇਸ ਸਮੇਂ ਸਿੰਘਾਂ ਅੰਦਰ ਇੱਕ ਨਵੀਂ ਲਗਨ ਜਾਗ ਪਈ ਕਿ ਵੈਰੀ ਦੇ ਟਾਕਰੇ ਵਾਸਤੇ ਕੋਈ ਕਿਲਾ ਬਣਾਇਆ ਜਾਵੇ। ਸੋ ਸਿੰਘਾਂ ਨੇ ਪਹਿਲੀ ਵਾਰੀ ਰਾਵੀ ਦੇ ਕੰਢੇ ਕੱਚਾ ਕਿਲਾ ਡੱਲੇਵਾਲ ਬਣਾਇਆ। ਇਸ ਦੀ ਰਚਨਾ 2 ਗੱਲਾਂ ਮੁੱਖ ਰੱਖ ਕੇ ਕੀਤੀ ਗਈ ਸੀ: ਲੁੱਟ ਦਾ ਮਾਲ ਸਾਂਭਣ ਵਾਸਤੇ ਤੇ ਔਖੇ ਸਮੇਂ ਦੁਸ਼ਮਣ ਦਾ ਟਾਕਰਾ ਕਰਨ ਵਾਸਤੇ। ਸਿੱਖ ਇਸ ਵੇਲੇ ਇੰਨੇ ਦਲੇਰ ਹੋ ਗਏ ਸਨ ਕਿ ਉਹਨਾਂ ਸਾਰੇ ਡਰ ਲਾ ਕੇ ਨਾਦਰ ਦੀ ਫੌਜ ਲੁੱਟ ਲਈ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਵੱਧੇ ਜਾਂਦੇ ਹਿੰਦ ਤੇ ਲੜਕੇ ਲੜਕੀਆਂ ਛੁਡਾ ਲਏ। ਇਸ ਉਪਕਾਰ ਨੇ ਹਿੰਦੂ ਗੱਭਰੂਆਂ ਦੇ ਦਿਲ ਵਿੱਚ ਸਿੱਖ ਬਣਨ ਦਾ ਚਾਅ ਪੈਦਾ ਕਰ ਦਿੱਤਾ। ਨਾਦਰ ਵੱਲੋਂ ਵਿਹਲੇ ਹੋ ਕੇ ਖਾਨ ਬਹਾਦਰ ਨੇ ਆਪਣੇ ਇਲਾਕਿਆਂ ਵੱਲ ਧਿਆਨ ਮਾਰਿਆ ਤਾਂ ਸਾਰਾ ਉਜੜਿਆ ਨਜ਼ਰ ਆਇਆ। ਉਹ ਬਹੁਤਾ ਤਾਂ ਨਾਦਰ ਦੀਆਂ ਫੌਜਾਂ ਨੇ ਉਜਾੜ ਦਿੱਤਾ ਸੀ ਤੇ ਰਹਿੰਦਾ ਸਿੱਖਾਂ ਨੇ। ਨਾਦਰ ਨਾਲ ਤਾਂ ਖਾਨ ਬਹਾਦਰ ਦੀ ਪੇਸ਼ ਕੋਈ ਨਾ ਗਈ, ਪਰ ਉਹਨੇ ਸਾਰਾ ਗੁੱਸਾ ਸਿੱਖਾਂ ਉੱਤੇ ਕੱਢਣ ਦਾ ਫੈਸਲਾ ਕੀਤਾ। ਇਲਾਕੇ ਦੇ ਸਾਰੇ ਚੌਧਰੀਆਂ, ਫੌਜਦਾਰਾਂ ਤੇ ਗਸ਼ਤੀ ਫੌਜ ਦੇ ਅਫਸਰਾਂ ਨੂੰ ਸਖਤ ਹੁਕਮ ਦਿੱਤਾ ਕਿ ਸਿੱਖ ਸਮੂਲਚੋਂ ਖਤਮ ਕਰ ਦਿੱਤੇ ਜਾਣ। ਜਦ ਗਸ਼ਤੀ ਫੌਜ ਚੜ੍ਹੀ, ਸਿੰਘ ਕਿਲਾ ਡੱਲੇਵਾਲ ਤੋਂ ਉਸਦੇ ਉਦਾਲੇ ਜੰਗਲ ਵੱਲ ਵਧੇ। ਸ਼ਾਹੀ ਫੌਜਾਂ ਨੇ ਕਿਲਾ ਡੱਲੇਵਾਲ ਦੇ ਉਦਾਲੇ ਘੇਰਾ ਪਾ ਲਿਆ। ਸਿੰਘਾਂ ਅੱਗੋਂ ਡਟ ਕੇ ਟਾਕਰਾ ਕੀਤਾ, ਪਰ ਦੁਸ਼ਮਣ ਦੀ ਗਿਣਤੀ ਕਈ ਹਿੱਸੇ ਵੱਧ ਸੀ। ਇਸ ਵਾਸਤੇ ਪੇਸ਼ ਕੋਈ ਨਾ ਗਈ। ਅੰਤ ਰਾਤ ਦੇ ਹਨੇਰੇ ਵਿੱਚ ਸਿੰਘ ਵੈਰੀ ਦਾ ਘੇਰਾ ਇੱਕ ਪਾਸਿਓਂ ਚੀਰ ਕੇ ਨਿਕਲ ਗਏ। ਇਸ ਘਮਾਸਾਨ ਵਿੱਚ ਸੈਂਕੜੇ ਸਿੰਘ ਸ਼ਹੀਦ ਹੋ ਗਏ ਤੇ ਕਈ ਵੈਰੀ ਦੇ ਕਾਬੂ ਆ ਗਏ, ਜੋ ਲਾਹੌਰ ਲਿਆ ਕੇ ਨਖਾਸ ਚੌਂਕ ਵਿੱਚ ਅਨੇਕਾਂ ਤਸੀਹੇ ਦੇ ਕੇ ਸ਼ਹੀਦ ਕੀਤੇ ਗਏ। ਵੈਰੀ ਨੇ ਕਿਲਾ ਡੱਲੇਵਾਲ ਢਾਹ ਕੇ ਧਰਤੀ ਨਾਲ ਮਿਲਾ ਦਿੱਤਾ। ਖਾਨ ਬਹਾਦਰ ਨੇ ਇੱਕ ਸਰਕਾਰੀ ਇਸ਼ਤਿਹਾਰ ਜਾਰੀ ਕੀਤਾ। ਸਰਕਾਰ ਦਾ ਫਰਮਾਨ ਹੈ ਕਿ ਕੋਈ ਸਿੱਖ ਸਾਡੇ ਇਲਾਕੇ ਵਿੱਚ ਨਾ ਰਹੇ। ਸਿੱਖ ਸਰਕਾਰ ਵੱਲੋਂ ਬਾਗੀ ਕਰਾਰ ਦਿੱਤੇ ਗਏ ਹਨ। ਜਿੱਥੇ ਸਿੱਖ ਹੱਥ ਆਵੇ ਉਹਨੂੰ ਕਤਲ ਕਰ ਦੇਣ ਵਾਲੇ ਨੂੰ ਖੂਨ ਮਾਫ ਤੇ ਸਿੱਖ ਦਾ ਘਰ ਲੁੱਟ ਲੈਣ ਵਾਲੇ ਨੂੰ ਲੁੱਟ ਮਾਫ। ਜਿਹੜਾ ਸਿੱਖ ਦੀ 10 ਪਾਵੇ ਉਸ ਨੂੰ 10 ਰੁਪਏ ਤੇ ਜਿਹੜਾ ਸਿੱਖ ਨੂੰ ਫੜ ਕੇ ਲਿਆਵੇ ਜਾਂ ਸਿੱਖ ਦਾ ਸਿਰ ਪੇਸ਼ ਕਰੇ ਉਹਨੂੰ 50 ਰੁਪਏ ਇਨਾਮ ਮਿਲੇਗਾ। ਤੇ ਜਿਹੜਾ ਪਤਾ ਹੁੰਦਿਆਂ ਸਿੰਘਾਂ ਦੀ 10 ਨਾ ਪਾਵੇ ਜਾਂ ਸਿੰਘਾਂ ਨੂੰ ਪ੍ਰਸ਼ਾਦਾ ਖਵਾਵੇ, ਅੰਨਦਾਨਾ ਦੇਵੇ, ਆਪਣੇ ਘਰ ਆਸਰਾ ਦੇਵੇ ਜਾਂ ਸਿੰਘਾਂ ਨਾਲ ਸਾਕ ਸੰਬੰਧ ਕਰੇ, ਉਹਨੂੰ ਮੁਸਲਮਾਨ ਕੀਤਾ ਜਾਵੇਗਾ ਜਾਂ ਇਸਲਾਮ ਤੋਂ ਨਾ ਕਰਨ ਉੱਤੇ ਕਤਲ ਕੀਤਾ ਜਾਵੇਗਾ। ਇਸ ਇਸ਼ਤਿਹਾਰ ਨੇ ਪਿੰਡਾਂ ਦੇ ਲਾਲਚੀ ਚੌਧਰੀਆਂ ਨੂੰ ਸ਼ਿਕਾਰੀ ਕੁੱਤੇ ਵਾਂਗ ਸਿੰਘਾਂ ਦੇ ਮਗਰ ਪਾ ਦਿੱਤਾ। ਇਹ ਇਸ਼ਤਿਹਾਰ ਇਸ ਤਰ੍ਹਾਂ ਸੀ: ਜੋ ਸਿੰਘਨ ਕੋ ਕੋਊ ਲੁਕਾਵੈ, ਸੋ ਵੈ ਆਪਣੀ ਜਾਨ ਗਵਾਵੈ। ਆਏ ਸਿੰਘ ਬਤਾਵੈ ਨਾਹੀਂ,
वह भी अपनी जिंद गवाही। जो सिंगन को साग करेवै मुसलमान सो होवन लेवै। जो सिंगन को देवै नाज मुसलमान करो तिस काज। बारी दुआब विच ਸਿੰਘਾਂ ਦਾ ਰਹਿਣਾ ਔਖਾ ਹੋ ਗਿਆ। ਸੋ ਕੁਝ ਸਿੰਘ ਤਾਂ ਜੰਮੂ ਤੇ ਕਾਂਗੜੇ ਦੀਆਂ ਪਹਾੜਾਂ ਨੂੰ ਚੜ੍ਹ ਗਏ ਤੇ ਬਹੁਤ ਸਾਰੇ ਦਰਿਆ ਬਿਆਸ ਟੱਪ ਕੇ ਦੁਆਬਾ ਜਲੰਧਰ ਵਿੱਚ ਜਾ ਵੜੇ। ਮਾਝੇ ਤੇ ਰਿਆੜਕੀ ਵਿੱਚੋਂ ਕੱਢੇ ਹੋਏ ਸਿੰਘ ਦੁਆਬਾ ਜਲੰਧਰ ਵਿੱਚ ਜਾ ਵੜੇ ਸਨ। ਖਾਨ ਬਹਾਦਰ ਨੇ ਉੱਥੋਂ ਸਿੰਘਾਂ ਨੂੰ ਕੱਢਣ ਵਾਸਤੇ ਅਦੀਨਾ ਬੇਗ ਨੂੰ ਦੁਆਬੇ ਦਾ ਨਾਜ਼ਮ ਬਣਾ ਕੇ ਭੇਜਿਆ ਤੇ ਸਿੱਖਾਂ ਦੀ ਤਬਾਹੀ ਦਾ ਸਖਤ ਹੁਕਮ ਦਿੱਤਾ। ਅਦੀਨਾ ਬੇਗ ਬੜਾ ਚਲਾਕ ਤੇ ਨੀਤੀਵਾਨ ਹਾਕਮ ਸੀ। ਉਹਦੇ ਦਿਲ ਵਿੱਚ ਚਿਰੋਕਣੀ ਖਾਹਿਸ਼ ਸੀ ਕਿ ਜਲੰਧਰ ਦਾ ਨਾਜ਼ਮ ਬਣੇ। ਉਹ ਨਾਜ਼ਮ ਬਣ ਗਿਆ ਤਾਂ ਉਹਦੇ ਦਿਲ ਵਿੱਚ ਇਹ ਲਾਲਚ ਆ ਗਿਆ ਕਿ ਕਿਸੇ ਹਾਲਤ ਵਿੱਚ ਇਹ ਨਿਜ਼ਾਮਤ ਹੱਥੋਂ ਨਾ ਜਾਏ। ਉਹ ਸਦਾ ਇਸ ਚਾਲ ਤੇ ਰਿਹਾ ਕਿ ਸਿੱਖਾਂ ਨੂੰ ਆਪਣੇ ਇਲਾਕੇ ਵਿੱਚੋਂ ਬਿਲਕੁਲ ਨਾ ਖਤਮ ਕੀਤਾ ਜਾਏ। ਸੋ ਉਹਨੇ ਆਉਂਦੇ ਨੇ ਸਿੱਖਾਂ ਨਾਲ ਸੁਲ੍ਹਾ ਕਰ ਲਈ। ਕੁਛ ਸਰਦਾਰਾਂ ਨੂੰ ਜਗੀਰਾਂ ਵੀ ਦੇ ਦਿੱਤੀਆਂ। ਖਾਨ ਬਹਾਦਰ ਨੇ ਪਿੱਛੋਂ ਸਖਤ ਹੁਕਮ ਭੇਜਿਆ ਤਾਂ ਅਦੀਨਾ ਬੇਗ ਨੇ ਸਿੱਖਾਂ ਦੀਆਂ ਜਗੀਰਾਂ ਜ਼ਬਤ ਕਰ ਲਈਆਂ ਤੇ ਉਹਨਾਂ ਨੂੰ ਇਲਾਕੇ ਵਿੱਚੋਂ ਕੱਢਣ ਵਾਸਤੇ ਫੌਜ ਚੜਾ ਦਿੱਤੀ। ਤੰਗ ਆ ਕੇ ਸਿੱਖ ਦੁਆਬਾ ਛੱਡ ਕੇ ਸਰਹੰਦ ਸਰਕਾਰ ਦੇ ਇਲਾਕੇ ਵਿੱਚ ਜਾ ਲੁੱਟਮਾਰ ਕਰਨ ਲੱਗੇ। ਸਰਹੰਦ ਦੇ ਮੁਕਾਮੀ ਅਫਸਰਾਂ ਵਿੱਚ ਹਿੰਮਤ ਨਹੀਂ ਸੀ ਕਿ ਉਹ ਸਿੱਖਾਂ ਦਾ ਟਾਕਰਾ ਕਰ ਸਕੇ। ਬਾਦਸ਼ਾਹ ਦਿੱਲੀ ਦੇ ਜਰਨੈਲ ਅਜ਼ੀਮਉੱਲਾ ਖਾਂ ਨੂੰ ਸਿੱਖਾਂ ਦੇ ਟਾਕਰੇ ਉੱਤੇ ਭੇਜਿਆ। ਸਿੱਖਾਂ ਦੀਆਂ ਉਸ ਨਾਲ ਕਈ ਥਾਈਂ ਝੜਪਾਂ ਹੋਈਆਂ ਤੇ ਇਸ ਅੰਤ ਸਖਤੀ ਦੇ ਦਿਨ ਜਾਣ ਕੇ ਸਿੰਘ ਬੀਕਾਨੇਰ ਨੂੰ ਨਿਕਲ ਗਏ। ਇਲਾਕਾ ਸਿੰਘਾਂ ਤੋਂ ਖਾਲੀ ਹੋ ਗਿਆ ਤਾਂ ਅਜ਼ੀਮਉੱਲਾ ਖਾਂ ਵਾਪਸ ਦਿੱਲੀ ਨੂੰ ਮੁੜ ਗਿਆ। ਇਸ ਵੇਲੇ ਸਾਰੇ ਪੰਜਾਬ ਵਿੱਚ ਸਿੰਘ ਕੋਈ ਨਹੀਂ ਸੀ ਰਹਿ ਗਿਆ। ਕੁਛ ਪਹਾੜਾਂ ਨੂੰ ਤੇ ਕੁਛ ਦੂਰ ਹਿੰਦੂ ਰਿਆਸਤਾਂ ਵਿੱਚ ਚਲੇ ਗਏ। ਕੋਈ ਲੁਕਿਆ ਛਿਪਿਆ ਸਿੱਖ ਪੰਜਾਬ ਵਿੱਚ ਕਾਬੂ ਆ ਜਾਂਦਾ ਤਾਂ ਵੈਰੀ ਉਸ ਨਾਲ ਕਿਸਾਨਾਂ ਵਰਗਾ ਸਲੂਕ ਕਰਦੇ। ਸਿੱਖਾਂ ਨੂੰ ਕਿੰਨਾ ਕਿੰਨਾ ਔਕੜਾਂ ਦਾ ਟਾਕਰਾ ਕਰਨਾ ਪਿਆ ਇਸ ਸਾਖੀ ਤੋਂ ਪਤਾ ਚੱਲ ਲੱਗ ਜਾਏਗਾ। ਮੀਰਾਂਕੋਟ ਦੇ ਜੰਗਲ ਵਿੱਚ ਬਘਿਆੜਾਂ ਦੀ ਪੁੱਟੀ ਹੋਈ ਖੱਡ ਸੀ। ਉਸ ਵਿੱਚ 3 ਸਿੰਘ ਸਰਦਾਰ ਲੱਧਾ ਸਿੰਘ ਭੰਗੂ ਮੀਰਾਂਕੋਟ ਦਾ, ਸਰਦਾਰ ਰਾਮ ਸਿੰਘ ਪਿੰਡ ਲੰਮੇ ਹੇਰ ਦਾ, ਸਰਦਾਰ ਸੁਲੱਖਣ ਸਿੰਘ ਗਿੱਲ ਰਿਹਾ ਕਰਦੇ ਸਨ। ਉਹ ਰਾਤ ਬਾਹਰ ਆਉਂਦੇ ਆਪਣਿਆਂ ਸੰਬੰਧੀਆਂ ਨੂੰ ਮਿਲਦੇ ਤੇ ਦਿਨੇ ਉਸ ਖੱਡ ਵਿੱਚ ਲੁਕੇ ਰਹਿੰਦੇ ਸਨ। ਇੱਕ ਦਿਨ ਗਸ਼ਤੀ ਫੌਜ ਆਉਂਦੀ ਵੇਖ ਕੇ ਉਹ ਸਿੰਘ ਖੱਡ ਵਿੱਚ ਵੜ ਗਏ। ਫੌਜਦਾਰ ਨੇ ਖੱਡ ਨੂੰ ਘੇਰਾ ਪਾ ਲਿਆ ਤੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਖੱਡ ਵਿੱਚ ਵੜ ਕੇ ਸਿੰਘਾਂ ਨੂੰ ਫੜ ਲਿਆਓ। ਪਰ ਫੜ ਕੇ ਲਿਆਵੇ ਕੌਣ? ਖੱਡ ਦੇ ਬੂਹੇ ਕੋਲ ਜਾਂਦਿਆਂ ਹੀ ਉਹਨਾਂ ਦੇ ਪ੍ਰਾਣ ਖੁਸ਼ਕ ਹੋ ਜਾਂਦੇ ਸਨ। ਉਹਨਾਂ ਨੇ ਉੱਤੋਂ ਬੂਹੇ ਅੱਗੋਂ ਖਲੋ ਕੇ ਹੀ ਖੱਡ ਵਿੱਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅੰਦਰੋਂ ਸਿੰਘਾਂ ਨੇ ਵੀ 1-2 ਫਾਇਰ ਕੀਤੇ। ਨਾ ਬਾਹਰਲੀ ਗੋਲੀ ਅੰਦਰ ਤੇ ਨਾ ਅੰਦਰਲੀ ਗੋਲੀ ਬਾਹਰ ਕਿਸੇ ਦਾ ਕੁਝ ਵਿਗਾੜ ਸਕਦੀ ਸੀ। ਪਰ ਇਸ ਖੜਾਕ ਨਾਲ ਸਾਰਿਆਂ ਦੇ ਦਿਲ ਧੜਕਣ ਲੱਗ ਪਏ। ਫੇਰ ਤਾਂ ਕੋਈ ਸਿਪਾਹੀ ਖੱਡ ਵੱਲ ਮੂੰਹ ਨਾ ਕਰੇ। ਅੰਤ ਉੱਤੋਂ ਖੱਡ ਪੁੱਟਣ ਉੱਤੇ ਵੰਗਾਰੇ ਲਾ ਦਿੱਤੇ। ਉਹ ਡਰਦੇ ਡਰਦੇ ਕਹੀ ਦਾ ਟੱਪਾ ਮਾਰਨ ਤੇ ਆਪਣੇ ਪੈਰਾਂ ਦੇ ਖੜਾਕ ਤੋਂ ਡਰਦੇ ਹੀ ਕਹੀ ਸੁੱਟ ਕੇ ਆਣ ਪਏ, ਕਹਿੰਦੇ ਹੋਏ ਭੱਜ ਉੱਠਣ। ਇਹ ਢੰਗ ਸਫਲ ਨਾ ਹੋਇਆ ਤਾਂ ਖੱਡ ਵਿੱਚ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ। ਖੱਡ ਪਾਣੀ ਹਾਂਡੇ ਪੁੱਜੀ ਹੋਈ ਸੀ, ਸੋ ਉੱਤੋਂ ਪਾਏ ਪਾਣੀ ਨਾਲ ਭਰਨ ਵਿੱਚ ਨਾ ਆਵੇ। ਇੰਨੇ ਨੂੰ ਦਿਨ ਛਿਪ ਗਿਆ। ਹਨੇਰਾ ਹੁੰਦਾ ਵੇਖ ਕੇ ਮੁਸਲਮਾਨਾਂ ਦੇ ਦਿਲ ਵੀ ਘਬਰਨ ਲੱਗੇ। ਉਹਨਾਂ ਖੱਡ ਦੇ ਮੂੰਹ ਵਿੱਚ ਬਾਲਣ ਸੁੱਟ ਕੇ ਅੱਗ ਲਾ ਦਿੱਤੀ। ਪਿੰਡ ਦੇ ਲੋਕਾਂ ਨੂੰ ਕੋਲ ਰਾਖੇ ਬਹਾ ਕੇ ਫੌਜੀ ਆਪ ਪਿੰਡ ਵਿੱਚ ਜਾ ਸੁੱਤੇ। ਪਿੰਡ ਵਾਲਿਆਂ ਦੀ ਸਿੰਘਾਂ ਨਾਲ ਦਿਲੋਂ ਹਮਦਰਦੀ ਸੀ। ਉਹਨਾਂ ਅੱਗ ਬੁਝਾ ਕੇ ਖੱਡ ਵਿੱਚੋਂ ਸਿੰਘ ਬਚਾ ਕੇ ਕੱਢ ਲਏ, ਜੋ ਰਾਤ ਦੇ ਹਨੇਰੇ ਵਿੱਚ ਲੋਪ ਹੋ ਗਏ। ਖਾਨ ਬਹਾਦਰ ਨੇ ਇਲਾਕੇ ਦੇ ਪ੍ਰਸਿੱਧ ਚੁਗਲਾਂ ਨੂੰ ਸੱਦ ਕੇ ਇਨਾਮ ਦਿੱਤੇ ਤੇ ਚੇਤਾਵਨੀ ਕਰਾਈ ਕਿ ਕਿਸੇ ਦੇ ਇਲਾਕੇ ਵਿੱਚ ਸਿੱਖ ਆਉਣਾ ਨਾ ਪਵੇ, ਨਹੀਂ ਤਾਂ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਚੌਧਰੀਆਂ ਦੇ ਨੇ ਸੂਬੇਦਾਰਾਂ ਨੂੰ ਯਕੀਨ ਦਵਾਇਆ ਕਿ ਨਾ ਕੋਈ ਸਿੰਘ ਇਲਾਕੇ ਵਿੱਚ ਰਿਹਾ ਹੈ, ਨਾ ਅੱਗੋਂ ਲਈ ਆਉਣ ਹੀ ਦਿੱਤਾ ਜਾਵੇਗਾ। ਇਨਾਮ ਪਾ ਕੇ ਚੌਧਰੀ ਸਿੰਘਾਂ ਦੇ ਵਧੇਰੇ ਵੈਰੀ ਬਣ ਗਏ।
ਉਹ ਲੱਗੇ ਸਿੰਘਾਂ ਦੇ ਬਾਲ ਬੱਚੇ ਫੜਾਉਣ ਤੇ ਗੁਰਧਾਮਾਂ ਦੀ ਬੇਅਦਬੀ ਕਰਨ। ਮੱਸਾ ਰੰਘੜ ਮੰਡਿਆਲੇ ਦਾ ਚੌਧਰੀ ਸੀ। ਅੰਮ੍ਰਿਤਸਰ ਉਸੇ ਦੇ ਇਲਾਕੇ ਵਿੱਚ ਸੀ। ਖਾਨ ਬਹਾਦਰ ਨੇ ਉਸ ਨੂੰ ਫੌਜ ਦੇ ਕੇ ਅੰਮ੍ਰਿਤਸਰ ਦੀ ਰਾਖੀ ਉੱਤੇ ਲਾ ਦਿੱਤਾ। ਉਹ ਜਾਣਦਾ ਸੀ ਕਿ ਜਦ ਕਦੇ ਸਿੰਘ ਪੰਜਾਬ ਵਿੱਚ ਆਉਣਗੇ ਅੰਮ੍ਰਿਤਸਰ ਜ਼ਰੂਰ ਆਉਣਗੇ। ਮੱਸਾ ਸਰਕਾਰੀ ਫੌਜ ਤੇ ਆਪਣੇ ਚਾਟੜੇ ਲੈ ਕੇ ਅੰਮ੍ਰਿਤਸਰ ਆ ਬੈਠਾ। ਸਰਕਾਰੀ ਚੌਂਕੀ ਦੇ ਨਾਂ ਉੱਤੇ ਉਹਨੇ ਸਹਿਜਧਾਰੀ ਸਿੱਖਾਂ ਤੇ ਹਿੰਦੂਆਂ ਦੇ ਘਰ ਲੁੱਟ ਖਾਧੇ। ਇੱਥੇ ਹੀ ਬਸ ਨਹੀਂ, ਉਹ ਹਰਿਮੰਦਰ ਸਾਹਿਬ ਵਿੱਚ ਪਲੰਘ ਡਾਹ ਕੇ ਹੁੱਕਾ ਪੀਂਦਾ ਤੇ ਸ਼ਰਾਬ ਦਾ ਦੌਰ ਚਲਾਉਂਦਾ। ਜਿੱਥੇ ਕਦੇ ਪੰਜਵੇਂ ਪਾਤਸ਼ਾਹ ਹਰੀ ਕੀਰਤਨ ਕਰਿਆ ਕਰਦੇ ਸਨ, ਉੱਥੇ ਵੇਸਵਾ ਨਾਚ ਕਰਨ ਲੱਗੀ। ਸਿੰਘਾਂ ਦੇ ਸਾਰੇ ਜਥੇ ਬੀਕਾਨੇਰ ਆਦਿ ਥਾਵਾਂ ਤੇ ਚਲੇ ਗਏ ਸਨ। ਕਿਤੇ ਕੋਈ ਟਾਵਾਂ ਟਾਵਾਂ ਸਿੱਖੀ ਲੁਕ ਛਿਪ ਕੇ ਰਹਿੰਦਾ ਸੀ। ਇਸੇ ਤਰ੍ਹਾਂ ਪਿੰਡ ਕੰਗ ਦਾ ਸਰਦਾਰ ਬੁਲਾਕਾ ਸਿੰਘ ਵੀ ਲੁਕ ਛਿਪ ਕੇ ਝੱਟ ਟਪਾਉਂਦਾ ਸੀ। ਉਹਨੇ ਮੱਸੇ ਦੀ ਕਰਤੂਤ ਸੁਣੀ ਤਾਂ ਲਹੂ ਦੇ ਘੁੱਟ ਪੀ ਕੇ ਰਹਿ ਗਿਆ। ਉਹ ਪੰਧ ਦਾ ਦੁੱਖ ਸਹਾਰਦਾ ਹੋਇਆ ਬੀਕਾਨੇਰ ਜਾ ਪੁੱਜਾ। ਅੱਗੇ ਸਰਦਾਰ ਸ਼ਾਮ ਸਿੰਘ ਨਾਰਲੀ ਤੇ ਸਰਦਾਰ ਬੁੱਢਾ ਸਿੰਘ ਜਥਾ ਟਿਕਿਆ ਹੋਇਆ ਸੀ। ਜਿਸ ਵੇਲੇ ਉਹਨਾਂ ਸਰਦਾਰ ਬੁਲਾਕਾ ਸਿੰਘ ਕੋਲੋਂ ਹਰਿਮੰਦਰ ਦੀ ਬੇਅਦਬੀ ਹੁੰਦੀ ਸੁਣੀ, ਸਾਰਿਆਂ ਨੂੰ ਅੰਦਰ ਅੱਗ ਲੱਗ ਉੱਠੀ। ਸਰਦਾਰ ਮਤਾਬ ਸਿੰਘ ਭੰਗੂ ਪਿੰਡ ਮੀਰਾਂਕੋਟ ਦਾ ਤੇ ਸਰਦਾਰ ਸੁੱਖਾ ਸਿੰਘ ਤਖਾਣ ਮਾੜੀ ਕੰਬੋਕੀ ਦਾ ਦੋਵੇਂ ਤਲਵਾਰਾਂ ਧੂ ਕੇ ਸੰਗਤ ਵਿੱਚ ਖਲੋ ਗਏ ਤੇ ਜਥੇਦਾਰ ਬੁੱਢਾ ਸਿੰਘ ਕੋਲੋਂ ਮੱਸੇ ਨੂੰ ਕਤਲ ਕਰਨ ਦੀ ਆਗਿਆ ਮੰਗੀ। ਸੰਗਤ ਨੇ ਸਫਲਤਾ ਵਾਸਤੇ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ। ਦੋਵੇਂ ਸਿੰਘ ਘੋੜਿਆਂ ਤੇ ਸਵਾਰ ਹੋ ਕੇ ਭੇਸ ਬਦਲ ਕੇ ਅੰਮ੍ਰਿਤਸਰ ਨੂੰ ਰਵਾਨਾ ਹੋ ਤੁਰੇ। ਅੰਮ੍ਰਿਤਸਰ ਦੇ ਨੇੜੇ ਪਹੁੰਚੇ ਤਾਂ ਦੋਹਾਂ ਸਿੰਘਾਂ ਨੇ ਮੱਸੇ ਤੱਕ ਅੱਪੜਨ ਦੀ ਵਿਉਂਤ ਇਉਂ ਬਣਾਈ। ਉਹਨਾਂ ਥੇ ਉੱਤੋਂ ਠੀਕਰੀਆਂ ਚੁਣ ਕੇ ਥੈਲੀ ਭਰ ਲਈ ਤੇ ਕੇਸ ਪਿਛਾਂਹ ਸੁੱਟ ਲਏ। ਵੇਖਣ ਵਾਲੇ ਨੂੰ ਇਉਂ ਭਾਸੇ ਜਿਵੇਂ ਕਿਸੇ ਪਿੰਡ ਦੇ ਲੰਬੜਦਾਰ ਮਾਮਲਾ ਤਾਰਨ ਆਏ ਹੁੰਦੇ ਨੇ। ਭਾਦਰੋਂ ਦੀ ਸਿਖਰ ਦੁਪਹਿਰ ਵੇਲੇ ਦੋਵੇਂ ਦਰਸ਼ਨੀ ਡਿਉੜੀ ਅੱਗੇ ਜਾ ਪਹੁੰਚੇ। ਡਿਉੜੀ ਦੇ ਬੂਹਿਓਂ ਬਾਹਰ ਖੱਬੇ ਹੱਥ ਖਲੀ ਲਾਚੀ ਬੇਰ ਨਾਲ ਘੋੜੇ ਬੰਨ੍ਹ ਦਿੱਤੇ। ਪਹਿਰੇਦਾਰਾਂ ਸੋਚਿਆ ਕਿ ਕਿਸੇ ਪਿੰਡ ਦੇ ਲੰਬੜਦਾਰ ਮਾਮਲਾ ਤਾਰਨ ਆਏ ਨੇ, ਸੋ ਕਿਸੇ ਨੇ ਸਿੰਘਾਂ ਨੂੰ ਰੋਕਿਆ ਨਾ। ਦੁਪਹਿਰ ਦਾ ਸਮਾਂ ਹੋਣ ਕਰਕੇ ਬਹੁਤੀ ਫੌਜ ਥਾਂ ਥਾਈਂ ਆਰਾਮ ਕਰ ਰਹੀ ਸੀ ਤੇ ਕੋਈ ਪਹਿਰੇਦਾਰੀ ਜਾਗਦਾ ਸੀ। ਸਿੰਘ ਹਰਿਮੰਦਰ ਸਾਹਿਬ ਪਹੁੰਚੇ ਤਾਂ ਅੱਗੇ ਮੱਸਾ ਪਲੰਘ ਉੱਤੇ ਬੈਠਾ ਹੁੱਕਾ ਪੀ ਰਿਹਾ ਸੀ ਤੇ ਸਾਹਮਣੇ ਵੇਸਵਾ ਨਾਚ ਕਰ ਰਹੀ ਸੀ। ਮੱਸੇ ਦੇ ਕੁਝ ਗੂੜੇ ਮਿੱਤਰ ਉਦਾਲੇ ਸ਼ਰਾਬ ਦੇ ਨਸ਼ੇ ਵਿੱਚ ਝੂਮ ਰਹੇ ਸਨ। ਵੇਖ ਕੇ ਸਿੰਘਾਂ ਦੇ ਅੰਦਰ ਭਾਂਬੜ ਵੱਲ ਉੱਠੇ। ਸੁੱਖਾ ਸਿੰਘ ਨੇ ਥੈਲੀ ਮੱਸੇ ਦੇ ਪਲੰਘ ਥੱਲੇ ਜਾ ਸੁੱਟੀ। ਮੱਸਾ ਥੈਲੀ ਵੱਲੇ ਉਲਰਿਆ ਹੀ ਸੀ ਜਾਂ ਮਹਿਤਾਬ ਸਿੰਘ ਨੇ ਤਲਵਾਰ ਨਾਲ ਉਹਦਾ ਸਿਰ ਲਾ ਲਿਆ। ਇਹਨਾਂ ਨੂੰ ਸੁੱਖਾ ਸਿੰਘ ਨੇ ਵੀ ਤਲਵਾਰ ਧੂ ਲਈ। ਦੋਹਾਂ ਨੇ ਲੱਗਦੇ ਹੱਥ 5-10 ਹੋਰ ਝਟਕਾ ਦਿੱਤੇ। ਸੁੱਖਾ ਸਿੰਘ ਨੇ ਮੱਸੇ ਦੇ ਗਹਿਣੇ ਲਾ ਲਏ। ਦੋਵੇਂ ਸਿੰਘ ਬਾਹਰ ਨਿਕਲੇ ਤੇ ਫੌਜ ਦੇ ਉੱਠਣ ਤੋਂ ਪਹਿਲਾਂ ਹੀ ਘੋੜਿਆਂ ਉੱਤੇ ਚੜ੍ਹ ਕੇ ਬੀਕਾਨੇਰ ਨੂੰ ਚਾਲੇ ਪਾ ਗਏ। ਸਿੰਘਾਂ ਨੇ ਮੱਸੇ ਦਾ ਸਿਰ ਜਥੇਦਾਰ ਬੁੱਢਾ ਸਿੰਘ ਅੱਗੇ ਜਾ ਧਰਿਆ। ਸਿੰਘਾਂ ਦੀ ਖੁਸ਼ੀ ਦੀ ਹੱਦ ਨਾ ਰਹੀ। ਅੰਤ ਗੁਰਮਤਾ ਕਰਕੇ ਮੱਸੇ ਦਾ ਸਿਰ ਸਾੜ ਦਿੱਤਾ ਗਿਆ। ਜਿਉਂਦੀਆਂ ਕੌਮਾਂ ਕਦੋਂ ਸਹਿ ਸਕਦੀਆਂ ਹਨ ਕਿ ਉਹਨਾਂ ਦੇ ਧਰਮ ਅਸਥਾਨਾਂ ਦੀ ਕੋਈ ਬੇਅਦਬੀ ਕਰੇ। ਇਸ ਘਟਨਾ ਨੇ ਸਾਰੇ ਪੰਜਾਬ ਵਿੱਚ ਚੁਗਲਾਂ ਤੇ ਜ਼ਾਲਮਾਂ ਦੇ ਦਿਲ ਹਿਲਾ ਦਿੱਤੇ। ਉਹ ਸਮਝਣ ਲੱਗ ਪਏ ਕਿ ਮੱਸੇ ਵਾਂਗ ਇੱਕ ਦਿਨ ਸਾਨੂੰ ਵੀ ਕਿਤੇ ਪਾਪਾਂ ਦਾ ਫਲ ਭੁਗਤਣਾ ਪਏਗਾ। ਇੱਥੋਂ ਤੱਕ ਕਿ ਸੂਬੇਦਾਰ ਖਾਨ ਬਹਾਦਰ ਦਾ ਵੀ ਦਿਲ ਕੰਬ ਗਿਆ। ਮੱਸੇ ਦੀ ਸਿਰੋਂ ਸਖਣੀ ਲੋਥ ਚੁੱਕ ਕੇ ਉਸ ਦਾ ਪਰਿਵਾਰ ਖਾਨ ਬਹਾਦਰ ਸਾਹਮਣੇ ਜਾ ਪਿੱਟਿਆ। ਖਾਨ ਬਹਾਦਰ ਨੂੰ ਸਭ ਤੋਂ ਵਧੇਰੇ ਗੁੱਸਾ ਇਲਾਕੇ ਦੇ ਚੌਧਰੀਆਂ ਉੱਤੇ ਆ ਰਿਹਾ ਸੀ, ਜਿਹੜੇ ਕਹਿੰਦੇ ਸਨ ਕਿ ਅਸਾਂ ਇਲਾਕੇ ਵਿੱਚੋਂ ਸਿੰਘ ਮੁਕਾ ਛੱਡੇ ਹਨ। ਉਹਨੇ ਇਲਾਕੇ ਦੇ ਚੌਧਰੀਆਂ ਨੂੰ ਲਾਹੌਰ ਬੁਲਾ ਕੇ ਚੰਗੀ ਤਰ੍ਹਾਂ ਮਾਰ ਕੁਟਾਈ ਕੀਤੀ ਤੇ ਕਿਹਾ, ਤੁਸੀਂ ਕਹਿੰਦੇ ਸੀ ਸਿੰਘ ਰਹਿਣ ਕੋਈ ਨਹੀਂ ਦਿੱਤਾ, ਤਾਂ ਦੱਸੋ ਇਹ ਕਿੱਥੋਂ ਆ ਗਏ ਹਨ? ਜਾਂ ਤਾਂ ਮੱਸੇ ਦੇ ਕਾਤਲ ਫੜਾ ਦਿਓ, ਨਹੀਂ ਤਾਂ ਉਸ ਦਾ ਬਦਲਾ ਤੁਹਾਥੋਂ ਲਿਆ ਜਾਏਗਾ। ਹਰ ਭਗਤ ਨਰੰਜਣੀਏ ਨੇ ਦੱਸਿਆ ਕਿ ਮੱਸੇ ਦੇ ਕਾਤਲ ਮਹਿਤਾਬ ਸਿੰਘ ਭੰਗੂ ਮੀਰਾਂ ਕੋਟੀਆ ਤੇ ਸੁੱਖਾ ਸਿੰਘ ਤਖਾਣ ਮਾੜੀ ਕੰਬੋਕੀ ਵਾਲਾ ਹਨ। ਖਾਨ ਬਹਾਦਰ ਨੇ ਫੌਜਦਾਰ ਨੂਰਦੀਨ ਨੂੰ ਘੱਲਿਆ ਕਿ ਮਹਿਤਾਬ ਸਿੰਘ ਦਾ ਬਾਲ ਬੱਚਾ ਬੰਨ੍ਹ ਕੇ ਪੇਸ਼ ਕਰੇ। ਨੂਰਦੀਨ ਨੇ ਆਪਣੀ ਫੌਜ ਤੇ ਚੌਧਰੀਆਂ ਦੀ ਧਾੜ ਲੈ ਕੇ ਮੀਰਾਂਕੋਟ ਨੂੰ ਜਾ ਘੇਰਿਆ। ਨਾਲ ਹੀ ਮੱਸੇ ਦੇ ਭਰਾ ਭਤੀਜੇ ਵੀ ਮਾਰੋ ਮਾਰ ਕਰਦੇ ਗਏ ਸਨ।
ਮੀਰਾਂਕੋਟ ਦੇ ਲੰਬੜਦਾਰ ਨੱਥੇ ਖਹਿਰੇ ਨੂੰ ਬੁਲਾ ਕੇ ਕਿਹਾ ਕਿ ਮਹਿਤਾਬ ਸਿੰਘ ਦਾ ਪੁੱਤਰ ਪੇਸ਼ ਕਰੋ। ਸਰਦਾਰ ਮਹਿਤਾਬ ਸਿੰਘ ਬੀਕਾਨੇਰ ਨੂੰ ਜਾਂਦਾ ਹੋਇਆ ਆਪਣੇ 7 ਸਾਲਾ ਪੁੱਤਰ ਰਾਏ ਸਿੰਘ ਦੀ ਬਾਂਹ ਚੌਧਰੀ ਨੱਥੇ ਦੇ ਹੱਥ ਫੜਾ ਗਿਆ ਸੀ। ਨੱਥੇ ਨੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਕਿ ਜੇ ਇਹ ਭਰੋਸਾ ਦਵਾਇਆ ਜਾਵੇ ਕਿ ਉਸ ਨਿਰਦੋਸ਼ ਬੱਚੇ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ ਤਾਂ ਮੈਂ ਪੇਸ਼ ਕਰਨ ਨੂੰ ਤਿਆਰ ਹਾਂ। ਨੂਰਦੀਨ ਨੇ ਕੜਕ ਕੇ ਕਿਹਾ, ਕਿਸੇ ਸਿੱਖ ਦੇ ਬੱਚੇ ਉੱਤੇ ਰਹਿਮ? ਖਬਰਦਾਰ, ਜੇ ਮੁੜ ਕੇ ਇਹ ਗੱਲ ਕਹੀ ਤਾਂ ਛੇਤੀ ਲਿਆ ਉਸ ਨੂੰ, ਨਹੀਂ ਤਾਂ ਤੇਰੀ ਵੀ ਖੈਰ ਨਹੀਂ। ਨੱਥਾ ਨੀਵੀਂ ਭਾਈ ਘਰ ਪੁੱਜਾ ਤੇ ਆਪਣੇ ਪੁੱਤਰ ਨੂੰ ਸਾਰੀ ਗੱਲ ਕਹਿ ਸੁਣਾਈ। ਨਾਲ ਹੀ ਕਿਹਾ, ਬੱਚੂ, ਬਾਂਹ ਫੜੀ ਦੀ ਲਾਜ ਨਿਭਾਉਣ ਵਾਸਤੇ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਪਾ ਗਏ ਸਨ। ਸੱਚ ਹੁਣ ਸਾਨੂੰ ਬਾਂਹ ਫੜੀ ਦੀ ਲੱਜ ਪਾਲਣੀ ਚਾਹੀਦੀ ਹੈ ਜਾਂ ਨਹੀਂ? ਉਸਦੇ ਪੁੱਤਰ ਨੇ ਦ੍ਰਿੜ ਭਰੋਸੇ ਨਾਲ ਕਿਹਾ, ਪਿਤਾ ਜੀ, ਅਸੀਂ ਰਾਏ ਸਿੰਘ ਦੀ ਜਾਨ ਬਚਾਉਣ ਬਦਲੇ ਆਪਣੀਆਂ ਜਾਨਾਂ ਕੁਰਬਾਨ ਕਰ ਦਿਆਂਗੇ। ਨੱਥਾ ਸਿੰਘ, ਉਸਦਾ ਪੁੱਤਰ, ਉਸਦਾ ਭਣੇਵਾਂ, ਇੱਕ ਮਜ਼੍ਹਬੀ ਸਿੰਘ ਤੇ ਇੱਕ ਬਰਵਾਲਾ, ਇਹ 5 ਰਾਏ ਸਿੰਘ ਨੂੰ ਚੁੱਕ ਕੇ ਕੰਬੋਕਾਂ ਦੇ ਰਾਹ ਲੈ ਕੇ ਨੱਸੇ। ਉਧਰ ਹਰਭਗਤ ਨਿਰੰਜਣੀਏ ਨੇ ਇਹ ਸਾਰੀ ਗੱਲ ਨੂਰਦੀਨ ਨੂੰ ਜਾ ਦੱਸੀ। ਉਹ ਫੌਜ ਲੈ ਕੇ ਮਗਰ ਭੱਜਿਆ ਤੇ ਨੱਥੇ ਨੂੰ ਕੰਬੋਕਾਂ ਦੇ ਰਾਹ ਵਿੱਚ ਪਿੰਡੋਂ ਬਾਹਰ ਹੀ ਜਾ ਕੇ ਰਿਹਾ। ਨੱਥੇ ਨੇ ਫੌਜ ਆਉਂਦੀ ਵੇਖ ਕੇ ਆਪਣੇ ਪੁੱਤਰ ਨੂੰ ਆਖਿਆ, ਤੂੰ ਰਾਏ ਸਿੰਘ ਨੂੰ ਲੈ ਕੇ ਨੱਸ ਜਾ। ਪਰ ਉਹ ਪਿਤਾ ਨੂੰ ਛੱਡ ਕੇ ਜਾਣਾ ਨਾ ਮੰਨਿਆ। ਇੰਨੇ ਨੂੰ ਨੂਰਦੀਨ ਦੀ ਫੌਜ ਆ ਪਹੁੰਚੀ। ਨੱਥਾ ਪ੍ਰਸਿੱਧ ਤੀਰ ਅੰਦਾਜ਼ ਸੀ। ਜਿੰਨਾ ਚਿਰ ਉਹਦੇ ਭੱਥੇ ਵਿੱਚ ਤੀਰ ਰਹੇ ਉਹਨੇ ਕਿਸੇ ਨੂੰ ਨੇੜੇ ਨਾ ਢੁੱਕਣ ਦਿੱਤਾ। ਅੰਤ ਉਦਾਲਿਓਂ ਸਾਰੀ ਫੌਜ ਨੇ ਹੱਲਾ ਬੋਲ ਦਿੱਤਾ ਤੇ ਨੱਥਾ ਸੂਰਮਾ ਕਈਆਂ ਨੂੰ ਮਾਰ ਕੇ ਸ਼ਹੀਦ ਹੋ ਗਿਆ। ਉਸਦਾ ਭਣੇਵਾਂ ਤਾਂ ਕਿਵੇਂ ਨਾ ਕਿਵੇਂ ਜੰਗਲਾਂ ਵਿੱਚ ਲੁੱਕ ਕੇ ਜਾਨ ਬਚਾ ਗਿਆ ਤੇ ਬਾਕੀ ਤਿੰਨੇ, ਨੱਥੇ ਦਾ ਪੁੱਤਰ, ਬਰਵਾਲਾ ਤੇ ਮਜ਼੍ਹਬੀ ਸਿੰਘ, ਮਰਦਾਂ ਵਾਂਗ ਲੜ ਕੇ ਸ਼ਹੀਦ ਹੋ ਗਏ। ਪਿੱਛੋਂ ਵਾਰੀ ਆਈ ਰਾਏ ਸਿੰਘ ਦੀ। ਉਹ ਡਿੱਗੇ ਪਏ ਨੱਥੇ ਦੀਆਂ ਲੱਤਾਂ ਨੂੰ ਚੰਬੜਿਆ ਪਿਆ ਸੀ। ਜ਼ਾਲਮਾਂ ਨੇ ਉਸ ਨਿਰਦੋਸ਼ ਬੱਚੇ ਉੱਤੇ 3 ਵਾਰ ਤਲਵਾਰ ਦੇ ਕੀਤੇ। ਲੜਕਾ ਮੂਧੇ ਮੂੰਹ ਪਿਆ ਸੀ, ਸੋ ਤਲਵਾਰ ਨਾਲ ਪਿਛਲੇ ਪਾਸਿਓਂ ਧੌਣ ਵੱਢੀ ਗਈ, ਪਰ ਸਾਹ ਰਾਗ ਬਚ ਗਈ। ਇੱਕ ਨਾਲ ਗਲ ਵਾਲੀ ਹੱਡੀ ਕੱਟੀ ਗਈ ਤੇ ਤੀਜਾ ਵਾਰ ਮੋਢਾ ਚੀਰ ਕੇ ਲੰਘ ਗਿਆ। ਵੈਰੀ ਬੱਚੇ ਨੂੰ ਮਰ ਗਿਆ ਜਾਣ ਕੇ ਛੱਡ ਗਏ, ਪਰ ਜਿਸ ਨੂੰ ਵਾਹਿਗੁਰੂ ਰੱਖੇ ਉਸ ਨੂੰ ਮਾਰੇ ਕੌਣ? ਪਿੰਡ ਕੰਬੋਆਂ ਦੇ ਰਹਿਣ ਵਾਲੀ ਮਾਈ ਮਾਲਣ ਪਿਛਲੇ ਪਹਿਰ ਅੰਮ੍ਰਿਤਸਰ ਪਰਤ ਰਹੀ ਸੀ। ਰਾਹ ਵਿੱਚ ਉਸਨੇ ਨੱਥੇ ਦੀ ਸ਼ਹੀਦੀ ਦੀ ਵਾਰਤਾ ਸੁਣੀ ਤਾਂ ਉਹਨੇ ਆਖਰੀ ਦਰਸ਼ਨਾਂ ਵਾਸਤੇ ਉਸੇ ਪਾਸੇ ਹੋ ਤੁਰੀ। ਸਰਕਾਰੀ ਫੌਜ ਪਰਤ ਗਈ ਸੀ। ਚੌਧਰੀ ਨੱਥੇ ਤੇ ਉਸਦੇ ਸਾਥੀਆਂ ਦੀਆਂ ਲੋਥਾਂ ਮੈਦਾਨ ਵਿੱਚ ਪਈਆਂ ਸਨ। ਬਾਲਕ ਰਾਏ ਸਿੰਘ ਨੱਥੇ ਦੀਆਂ ਲੱਤਾਂ ਨਾਲ ਚੰਬੜਿਆ ਹੋਇਆ ਸਹਿਕਦਾ ਪਿਆ ਸੀ। ਮਾਈ ਮਾਲਣ ਬਾਲਕ ਨੂੰ ਉਠਾ ਕੇ ਆਪਣੇ ਘਰ ਲੈ ਗਈ ਤੇ ਉੱਥੋਂ ਪਿੰਡ ਰਟਾਲੇ ਉਹਦੀ ਤਾਈ ਦੇ ਹਵਾਲੇ ਕਰ ਦਿੱਤਾ। ਸੇਵਾ ਕਰਨ ਤੇ ਰਾਏ ਸਿੰਘ ਬਚ ਗਿਆ। ਉਸਦਾ ਪੁੱਤਰ ਅੱਗੇ ਭਾਈ ਰਤਨ ਸਿੰਘ ਭੰਗੂ ਹੋਇਆ, ਜਿਸ ਨੇ ਸਿੱਖ ਇਤਿਹਾਸ ਦਾ ਪ੍ਰਸਿੱਧ ਗ੍ਰੰਥ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ। ਨਾਦਰ ਦੇ ਹਮਲੇ ਨੇ ਲਾਹੌਰ ਸਰਕਾਰ ਦਾ ਪ੍ਰਬੰਧ ਵਿਗਾੜ ਦਿੱਤਾ ਸੀ। ਸਾਰਾ ਦੇਸ਼ ਉਜੜ ਗਿਆ ਸੀ। ਨਾ ਕਿਤੋਂ ਮਾਮਲਾ ਤਰਿਆ, ਨਾ ਹੀ ਫੌਜ ਨੂੰ ਤਨਖਾਹ ਮਿਲੀ। ਫੌਜ ਨੇ ਤਨਖਾਹ ਮੰਗੀ ਤਾਂ ਖਾਨ ਬਹਾਦਰ ਨੇ ਦੀਵਾਨ ਲਖਪਤ ਰਾਏ ਨੂੰ ਤਨਖਾਹ ਤਾਰਨ ਵਾਸਤੇ ਕਿਹਾ। ਖਜ਼ਾਨਾ ਖਾਲੀ ਸੀ, ਸੋ ਦੀਵਾਨ ਤਨਖਾਹ ਨਾ ਦੇ ਸਕਿਆ। ਖਾਨ ਬਹਾਦਰ ਨੇ ਲਖਪਤ ਨੂੰ ਕੈਦ ਕਰ ਦਿੱਤਾ। ਉਸਦੇ ਭਰਾ ਜਸਪਤ ਰਾਏ ਨੇ ਆਪਣੇ ਕੋਲੋਂ ਤਨਖਾਹ ਤਾਰ ਦਿੱਤੀ ਤੇ ਲਖਪਤ ਨੂੰ ਛੁਡਾ ਲਿਆ। ਫਿਰ ਦੋਹਾਂ ਭਰਾਵਾਂ ਨੇ ਖਾਨ ਬਹਾਦਰ ਦੇ ਹੁਕਮ ਨਾਲ ਜ਼ਿਮੀਂਦਾਰਾਂ ਤੇ ਚੌਧਰੀਆਂ ਕੋਲੋਂ ਸਖਤੀ ਨਾਲ ਮਾਮਲਾ ਉਗਰਾਇਆ। ਜਲੰਧਰ ਦੁਆਬੇ ਦੇ ਨਾਜ਼ਮ ਅਦੀਨਾ ਬੇਗ ਨੇ ਵੀ ਮਾਮਲਾ ਨਹੀਂ ਸੀ ਤਾਰਿਆ, ਸੋ ਉਸ ਨੂੰ ਤੇ ਦੀਵਾਨ ਭਵਾਨੀ ਦਾਸ ਨੂੰ ਵੀ ਕੈਦ ਕਰ ਦਿੱਤਾ ਗਿਆ। ਸਮਾਂ ਪਾ ਕੇ ਅਦੀਨਾ ਬੇਗ ਤਾਂ ਕੈਦ ਵਿੱਚੋਂ ਨੱਸ ਗਿਆ ਤੇ ਭਵਾਨੀ ਦਾਸ ਨੂੰ ਦੇਗ ਵਿੱਚ ਉਬਾਲਿਆ ਗਿਆ। ਲਖਪਤ ਰਾਏ ਦੇ ਕਹਿਣ ਉੱਤੇ ਭਵਾਨੀ ਦਾਸ ਨੂੰ ਰਿਹਾ ਕੀਤਾ ਗਿਆ ਤੇ ਅਦੀਨਾ ਬੇਗ ਨੂੰ ਫਿਰ ਜਲੰਧਰ ਦੀ ਹਕੂਮਤ ਦੇ ਦਿੱਤੀ ਗਈ। ਮੱਸੇ ਦੇ ਕਤਲ ਹੋਣ ਪਿੱਛੋਂ ਅੰਮ੍ਰਿਤਸਰ ਵਿੱਚ ਸਿੱਖਾਂ ਦਾ ਆਉਣਾ ਜਾਣਾ ਅਸਲੋਂ ਬੰਦ ਹੋ ਗਿਆ। ਸ਼ਾਹੀ ਫੌਜ ਦੇ ਪਹਿਰੇ ਪਹਿਲਾਂ ਨਾਲੋਂ ਸਖਤ ਕਰ ਦਿੱਤੇ ਗਏ। ਫਿਰ ਵੀ ਕੋਈ ਸਿਦਕੀ ਸਿੱਖ ਰਾਤ ਬਰਾਤੇ ਆਉਂਦੇ ਤੇ ਇਸ਼ਨਾਨ ਕਰਕੇ ਜੰਗਲ ਨੂੰ ਭੱਜ ਜਾਂਦੇ। ਉਸ ਵੇਲੇ ਅੰਮ੍ਰਿਤਸਰ ਇਸ਼ਨਾਨ ਕਰਨਾ ਆਪਣੀ ਜਾਨ ਤੇ ਖੇਡਣ ਬਰਾਬਰ ਸੀ।
ਅਜਿਹੀਆਂ ਖਬਰਾਂ ਸੁਣ ਕੇ ਚੌਧਰੀਆਂ ਤੇ ਚੁਗਲਾਂ ਉੱਤੇ ਸਰਕਾਰ ਵੱਲੋਂ ਵਧੇਰੇ ਸਖਤੀ ਹੋਣ ਲੱਗੀ ਕਿ ਤੁਸੀਂ ਜਾਣ ਕੇ ਸਿੰਘ ਨਹੀਂ ਫੜਾਉਂਦੇ। ਤਾਂ ਚੁਗਲਾਂ ਨੇ ਸਿੰਘਾਂ ਦੇ ਬਾਲ ਬੱਚੇ ਤੇ ਘਰਾਂ ਵਿੱਚ ਅਮਨ ਨਾਲ ਵਸਦੇ ਸਿੰਘ ਫੜਾਉਣੇ ਆਰੰਭ ਕਰ ਦਿੱਤੇ। ਇਸ ਤਰ੍ਹਾਂ ਅਨੇਕਾਂ ਧਰਮੀ ਬਿਨਾਂ ਗੁਨਾਹੋਂ ਹੀ ਸ਼ਹੀਦ ਕਰ ਦਿੱਤੇ ਗਏ। ਪਿਛਲੇ ਸ਼ਾਹੀ ਇਸ਼ਤਿਹਾਰ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਜੋ ਕੋਈ ਸਿੰਘਾਂ ਦੀ ਅੰਨ ਪਾਣੀ ਨਾਲ ਸੇਵਾ ਕਰੇਗਾ ਸਜ਼ਾ ਦਾ ਭਾਗੀ ਬਣੇਗਾ। ਇਸੇ ਕਾਰਨ ਹਰਭਗਤ ਨਿਰੰਜਣੀਏ ਨੇ ਭਾਈ ਤਾਰੂ ਸਿੰਘ ਜੀ ਦੇ ਵਿਰੁੱਧ ਜਾ ਚੁਗਲੀ ਲਾਈ। ਭਾਈ ਸਾਹਿਬ ਪਿੰਡ ਪੂਲਾ, ਜ਼ਿਲ੍ਹਾ ਲਾਹੌਰ ਤੇ ਪਾਕਿਸਤਾਨ ਵੰਡ ਪਿੱਛੋਂ ਜ਼ਿਲ੍ਹਾ ਅੰਮ੍ਰਿਤਸਰ ਦਾ ਵਸਨੀਕ ਸੀ। ਉਹ ਬੜਾ ਭਜਨੀਕ ਤੇ ਸਾਧੂ ਸੁਭਾਅ ਦਾ ਸਿੱਖ ਸੀ। ਇੱਕ ਉਸ ਦੀ ਮਾਤਾ ਤੇ ਇੱਕ ਭੈਣ, ਘਰ ਦੇ 3 ਜੀ ਸਨ। ਉਹ ਆਪਣੀ ਜ਼ਮੀਨ ਵਿੱਚ ਹੱਥੀਂ ਵਾਹੀ ਕਰਦਾ ਤੇ ਨੇਕ ਕਮਾਈ ਵਿੱਚੋਂ ਆਏ ਗਏ ਲੰਗਰ ਦੀ ਸੇਵਾ ਕਰਦਾ। ਪਤਾ ਲੱਗੇ ਤੇ ਉਹ ਜੰਗਲ ਵਿੱਚ ਜਾ ਕੇ ਫੌਜੀ ਸਿੱਖਾਂ ਨੂੰ ਵੀ ਪ੍ਰਸ਼ਾਦੇ ਛਕਾਉਂਦਾ। ਹਰਭਗਤ ਨਿਰੰਜਣੀਏ ਨੇ ਭਾਈ ਤਾਰੂ ਸਿੰਘ ਦੇ ਵਿਰੁੱਧ ਖਾਨ ਬਹਾਦਰ ਨੂੰ ਭੜਕਾਇਆ ਤੇ ਉਸ ਦੀ ਗ੍ਰਿਫਤਾਰੀ ਦਾ ਹੁਕਮ ਲੈ ਲਿਆ। ਲਾਹੌਰੋਂ ਅਹਿਦੀਏ ਆਏ ਤੇ ਤਾਰੂ ਸਿੰਘ ਨੂੰ ਫੜ ਕੇ ਲਾਹੌਰ ਲੈ ਤੁਰੇ। ਰਾਤ ਉਹ ਪੜਾਣੇ ਰਹੇ। ਪੜਾਣੇ ਦੇ ਸਿੱਖਾਂ ਨੇ ਅਹਿਦੀਆਂ ਨੂੰ ਵੱਢੀ ਦੇ ਕੇ ਭਾਈ ਤਾਰੂ ਸਿੰਘ ਨੂੰ ਮਿਲਣ ਦਾ ਪ੍ਰਬੰਧ ਕਰ ਲਿਆ। ਉਹਨਾਂ ਅਹਿਦੀਆਂ ਕੋਲੋਂ ਬਲ ਨਾਲ ਭਾਈ ਸਾਹਿਬ ਨੂੰ ਛੁਡਾ ਲੈਣ ਦਾ ਇਰਾਦਾ ਪ੍ਰਗਟ ਕੀਤਾ, ਪਰ ਭਾਈ ਸਾਹਿਬ ਨਾ ਮੰਨੇ, ਕਿਉਂਕਿ ਇਸ ਤਰ੍ਹਾਂ ਪੜਾਣੀਏ ਸਿੱਖਾਂ ਦੇ ਸਿਰ ਸਰਕਾਰ ਦਾ ਕਹਿਰ ਟੁੱਟਣ ਦਾ ਡਰ ਸੀ। ਅੰਤ ਭਾਈ ਤਾਰੂ ਸਿੰਘ ਜੀ ਲਾਹੌਰ ਖਾਨ ਬਹਾਦਰ ਦੇ ਪੇਸ਼ ਕੀਤੇ ਗਏ। ਉਹਨੇ ਬਾਗੀ ਸਿੱਖਾਂ ਦੀ ਮਦਦ ਕਰਨ ਦੇ ਜੁਰਮ ਵਿੱਚ ਭਾਈ ਤਾਰੂ ਸਿੰਘ ਨੂੰ ਮੌਤ ਜਾਂ ਇਸਲਾਮ ਦੀ ਸਜ਼ਾ ਸੁਣਾ ਦਿੱਤੀ। ਤਾਰੂ ਸਿੰਘ ਜੀ ਨੇ ਇਸਲਾਮ ਪ੍ਰਵਾਨ ਕਰਨ ਤੋਂ ਨਾ ਕਰ ਦਿੱਤੀ ਤਾਂ ਚਰਖੀ ਤੇ ਚੜਾ ਕੇ ਲਹੂ ਲੁਹਾਨ ਕੀਤਾ ਗਿਆ। ਸਿਦਕੀ ਫਿਰ ਵੀ ਧਰਮੋਂ ਨਾ ਹਾਰਿਆ। ਉਸ ਨੂੰ ਜੇਲ੍ਹ ਅੰਦਰ ਬੰਦ ਕਰਕੇ ਸਜ਼ਾਵਾਂ ਦੇਣੀਆਂ ਆਰੰਭ ਕੀਤੀਆਂ। ਮੱਸੇ ਦਾ ਕਾਤਲ ਸਰਦਾਰ ਮਹਿਤਾਬ ਸਿੰਘ ਪਿੰਡ ਆਇਆ ਤਾਂ ਖਬਰ ਪਾ ਕੇ ਨਿਰੰਜਣੀਏ ਨੇ ਫੌਜ ਲੈ ਜਾ ਕੇ ਫੜਾ ਦਿੱਤਾ। ਉਹ ਲਾਹੌਰ ਖਾਨ ਬਹਾਦਰ ਦੇ ਪੇਸ਼ ਹੋਇਆ ਤਾਂ ਮੌਤ ਜਾਂ ਇਸਲਾਮ ਦੀ ਸਜ਼ਾ ਸੁਣਾ ਦਿੱਤੀ। ਜਿਹੜੇ ਸ਼ਹੀਦ ਹੋਣ ਵਾਸਤੇ ਪੈਦਾ ਹੋਏ ਹੋਣ ਉਹ ਧਰਮ ਕਦੋਂ ਤਿਆਗਦੇ ਨੇ? ਇਸਲਾਮ ਤੋਂ ਇਨਕਾਰ ਕਰਨ ਉੱਤੇ ਸਰਦਾਰ ਮਹਿਤਾਬ ਸਿੰਘ ਨੂੰ ਚਰਖੀ ਤੇ ਚੜਾ ਕੇ ਸ਼ਹੀਦ ਕੀਤਾ ਗਿਆ। ਇਸੇ ਸਮੇਂ ਹੀ ਸਰਦਾਰ ਦਿਆਲ ਸਿੰਘ ਸਹਿੰਸਰੇ ਵਾਲਾ ਚਰਖੀ ਤੇ ਚੜਾ ਕੇ ਸ਼ਹੀਦ ਕੀਤਾ ਗਿਆ। ਸਰਦਾਰ ਗਰਜਾ ਸਿੰਘ ਨੂੰ ਸੂਲੀ ਤੇ ਚੜਾਇਆ ਗਿਆ। ਇਹ ਸਭ ਕੁਝ ਭਾਈ ਤਾਰੂ ਸਿੰਘ ਦੇ ਸਾਹਮਣੇ ਹੋਇਆ। ਕੁਛ ਦਿਨਾਂ ਪਿੱਛੋਂ ਭਾਈ ਤਾਰੂ ਸਿੰਘ ਜੀ ਦੀ ਪੇਸ਼ੀ ਫੇਰ ਹੋਈ। ਸੂਬੇ ਨੇ ਬਥੇਰੇ ਲਾਲਚ ਦਿੱਤੇ, ਪਰ ਸਿੰਘ ਸਾਹਿਬ ਧਰਮੋਂ ਨਾ ਡੋਲੇ। ਖਾਨ ਬਹਾਦਰ ਨੇ ਗਰਮ ਹੋ ਕੇ ਕਿਹਾ, ਤਾਰੂ ਸਿੰਘਾ, ਤੂੰ ਜਿਸ ਸਿੱਖੀ ਤੇ ਕੇਸਾਂ ਤੇ ਮਾਣ ਕਰਦਾ ਹੈ, ਇਹ ਕੇਸ ਜੁੱਤੀਆਂ ਨਾਲ ਉਡਾ ਦਿਆਂਗਾ। ਅੱਗੋਂ ਸਿੱਖ ਨੇ ਜੋਸ਼ ਵਿੱਚ ਉਤਰਤਾ, ਖਾਨ ਬਹਾਦਰ, ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਏਗੀ, ਪਰ ਤੈਨੂੰ ਖਾਲਸੇ ਦੀ ਜੁੱਤੀ ਅੱਗੇ ਲਾ ਕੇ ਚੱਲਣਾ ਪਏਗਾ। ਸੁਣ ਕੇ ਸੂਬੇਦਾਰ ਨੂੰ ਅੱਗ ਲੱਗ ਉੱਠੀ। ਉਹਨੇ ਹੁਕਮ ਦੇ ਕੇ ਮੋਚੀ ਕੋਲੋਂ ਸਣੇ ਕੇਸਾਂ ਸਿੰਘ ਦੀ ਖੋਪਰੀ ਲੁਹਾ ਦਿੱਤੀ। ਇਹ ਸਾਕਾ ਨਖਾਸ ਚੌਂਕ ਲਾਹੌਰ ਅੰਦਰ ਸੰਮਤ ਬਿਕਰਮੀ 1802 ਈਸਵੀ ਨੂੰ ਹੋਇਆ। ਈਸਵੀ 1745 ਨੂੰ। ਇਹ ਅਨੋਖਾ ਜ਼ੁਲਮ ਦੇਖ ਕੇ ਸਾਰੇ ਸ਼ਹਿਰ ਵਿੱਚ ਹਾਹਾਕਾਰ ਮਚ ਗਿਆ। ਲਾਹੌਰ ਦੇ ਸਿੱਖਾਂ ਨੇ ਬੇਨਤੀ ਕੀਤੀ ਕਿ ਤਾਰੂ ਸਿੰਘ ਜੀ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ। ਇਸ ਹਾਲਤ ਵਿੱਚ ਭਾਈ ਸਾਹਿਬ ਜੀ 22 ਦਿਨ ਰਹੇ। ਉਹ ਹਰ ਵੇਲੇ ਗੁਰਬਾਣੀ ਦਾ ਪਾਠ ਕਰਦੇ ਰਹਿੰਦੇ ਤੇ ਇਉਂ ਅਨੁਭਵ ਕਰਦੇ ਜਿਵੇਂ ਹੋਇਆ ਹੀ ਕੁਝ ਨਹੀਂ। ਉਧਰ ਖਾਨ ਬਹਾਦਰ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਉਹਨੇ ਬੜਾ ਇਲਾਜ ਕੀਤਾ, ਪਰ ਆਰਾਮ ਨਾ ਆਇਆ। ਉਸ ਦੇ ਦਿਲ ਤੇ ਪੱਕੀ ਬਹਿ ਗਈ ਕਿ ਇਹ ਭਾਈ ਤਾਰੂ ਸਿੰਘ ਦਾ ਸਰਾਪ ਹੀ ਹੈ। ਉਸਨੇ ਸਰਦਾਰ ਸਬੇਗ ਸਿੰਘ ਜੰਬਰ ਨੂੰ ਭਾਈ ਤਾਰੂ ਸਿੰਘ ਕੋਲ ਮਾਫੀ ਮੰਗਣ ਵਾਸਤੇ ਭੇਜਿਆ। ਤਾਰੂ ਸਿੰਘ ਜੀ ਨੇ ਕਿਹਾ ਕਿ ਮੇਰੇ ਹੱਥੋਂ ਤੀਰ ਨਿਕਲ ਚੁੱਕਾ ਹੈ, ਹੁਣ ਤਾਂ ਅੰਮ੍ਰਿਤਸਰ ਜਾਊ ਤੇ ਪੰਥ ਪਾਸ ਬੇਨਤੀ ਕਰੋ। ਸਰਦਾਰ ਸਬੇਗ ਸਿੰਘ ਜੀ ਖਾਨ ਬਹਾਦਰ ਵੱਲੋਂ ਨਜ਼ਰਾਨਾ ਲੈ ਕੇ ਅੰਮ੍ਰਿਤਸਰ ਪੁੱਜੇ। ਅੱਗੇ ਅਕਾਲ ਬੁੰਗੇ ਬੁੱਢੇ ਦਲ ਦਾ ਉਤਾਰਾ ਸੀ। ਸਰਦਾਰ ਸਬੇਗ ਸਿੰਘ ਨੇ ਨਵਾਬ ਕਪੂਰ ਸਿੰਘ ਕੋਲ ਬੇਨਤੀ ਕੀਤੀ। ਅੰਤ ਸਾਰੇ ਪੰਥ ਨੇ ਗੁਰੂ ਅੱਗੇ ਅਰਦਾਸ ਕਰਕੇ ਸਬੇਗ ਸਿੰਘ ਨੂੰ ਹੁਕਮ ਦਿੱਤਾ ਕਿ ਸੰਤ ਸਰੂਪ ਭਾਈ ਤਾਰੂ ਸਿੰਘ ਜੀ ਦਾ ਸਰਾਪ ਅਸਲੋਂ ਤਾਂ ਟਲੇਗਾ ਨਹੀਂ,
पर भाई साहब जी की जुत्ती खान बहादुर के सिर विच मारन नाल पेशाब खुल के आ जाएगा। सरदार सवेग सिंह ने सारी गल खान बहादुर नूं जा दसी। उन्हें इन्ना ही गनीमत समझिया। ज्यों ज्यों सिंह साहब की जुत्ती खान बहादुर के सिर विच वजदी त्यों त्यों उन्होंने आराम प्रतीत हुंदा ते पेशाब खुल के आ जाता। इस उपकार बदले सरदार सुबेग सिंह नूं लाहौर का कोतवाल बना दिता गया, जिसने चरखी सूली आदि सजावां बंद करा दित्तियां। शहर के दरवाजिਆਂ उत्ते चणे होए ते खूहां विच सुट्टे होए ਸਿੰਘਾਂ ਦੇ सिर कट के उसने संस्कारे ते थां थां शहीदां दीयां यादगारां कायम कीतियां। अंत कई दिन कीते कर्मां दा फल भोग के सूबेदार खान बहादुर जकरिया खान 1 जुलाई 1745 ईस्वी नूं मरिया। ਇਹ खबर भाई तारू सिंह जी नूं पहुंची तां ਉਹ भी जपजी ਸਾਹਿਬ ਦਾ ਪਾਠ ਕਰਕੇ शरीर त्याग गया। उत्थे अजे तक भाई साहब जी का शहीद गंज है। चौथा कांड। खान बहादुर जकरिया खां 1 जुलाई 1745 ईस्वी नूं मरिया। उसके 3 पुत्र सन, याहिया खां, हयातुल्ला खां ते मीर बाकी। ये तिन्ने कमरुद्दीन खां वजीर दिल्ली दे भणेवें लगदे सन ते याहिया खां कमरुद्दीन खां दा जवाई भी लगदा सी। इस वास्ते वजीर उसकी मदद वधेरे करता सी। वजीर ने बादशाह नूं कहा कि शाह निवाज खां नूं मुल्तान ने ते याहिया खां नूं लाहौर का सूबेदार बनाया जाए। बादशाह ने यह सलाह ना मन्नी। मुल्तान उत्ते पहला ही शाह निवाज खां का कब्जा सी। वजीर के कहण उत्ते याहिया खां ने लाहौर उत्ते कब्जा कर लिया। खान बहादुर ते मरण पिछों उसका नायब मोमन खां ही लाहौर का कायम मुकाम सूबेदार सी। याहिया खां ने बादशाह की प्रवानगी के बिना ही लाहौर उत्ते कब्जा कर लिया सी ते पिता की सारी जायदाद का मालक बन बैठा सी। इस गल्लों शाह निवाज नूं बड़ा गुस्सा आया। वह फौजां लैके लाहौर उत्ते चढ़ आया। लड़ाई होनी वाली सी तां कुछ पतवंतियां ने विच पै के दोहां भरावां दी सुलह करा दी। याहिया खां ने शाह निवाज खां नूं पिता की जायदाद विचों हिस्से आउंदे जवाहरात ते नगद रुपए दे दिते ते मगरले ने दुआबा जलंधर की फौजदारी के हक त्याग दिते जो खान बहादुर ने उसनूं दिते हुए सन। शाह निवाज वापस मुल्तान परत गया। वजीर कमरुद्दीन ने बादशाह कोलों लाहौर की सूबेदारी अपने लिए मंग लई, जिसनूं बादशाह ने प्रवान कर लिया। वजीर ने याहिया खां नूं अपना नायब बना के लाहौर उसके हवाले कर दिता। यह फैसला 3 जनवरी 1746 ईस्वी नूं होया। इस तरह 6 महीने लाहौर बिना सूबेदार दे रहा। पंजाब के हाकमां नूं अपनी पई हुई सी, सो ये 6 महीने ਸਿੰਘਾਂ ਨੂੰ ਚੰਗੇ ਮਿਲ गए। ਸਿੰਘਾਂ ਦੇ ਕਈ ਜਥੇ ਖਾਨ ਬਹਾਦਰ ਦੇ ਜਿਉਂਦਿਆਂ ਹੀ ਅੰਮ੍ਰਿਤਸਰ ਆ ਚੁੱਕੇ ਸਨ। ਉਸ ਦੇ ਮਰਨ ਪਿੱਛੋਂ ਹਜ਼ਾਰਾਂ ਸਿੰਘ ਮਾਝੇ ਆ ਇਕੱਠੇ ਹੋਏ। ਲਾਡਲੀਆਂ ਫੌਜਾਂ 100 ਦੇ ਜਥੇ ਬਣਾ ਕੇ ਇਲਾਕੇ ਵਿੱਚ ਖਿਲਰ ਗਈਆਂ ਤੇ ਲੱਗੀਆਂ ਮਾਰਾਂ ਕਰਨ। ਵਿਰੋਧੀਆਂ ਦੇ ਘਰ ਪਈ ਦਾ ਲਾਭ ਉਠਾ ਕੇ ਸਿੰਘ ਲੁੱਟਮਾਰ ਕਰਕੇ ਚੰਗੇ ਮਾਲਾਮਾਲ ਹੋ ਗਏ। ਇਸ ਗੜਬੜ ਵਿੱਚ ਸਾਰਾ ਦੇਸ਼ ਤਬਾਹ ਹੋ ਗਿਆ। ਕੁਝ ਲੁੱਟਿਆ ਗਿਆ ਤੇ ਰਹਿੰਦਾ ਸਰਕਾਰ ਦੇ ਭਾਰੇ ਲਗਾਨ ਤੇ ਮਾਮਲੇ ਨੇ ਸਾਹ ਸੱਤ ਖਿੱਚ ਲਿਆ। ਮਾਝੇ ਦੇ ਜੱਟਾਂ ਵਾਸਤੇ 2 ਹੀ ਰਾਹ ਰਹਿ ਗਏ ਸਨ ਕਿ ਜਾਂ ਤਾਂ ਉਹ ਸਰਕਾਰੀ ਮਾਮਲਾ ਪੂਰਾ ਕਰਨ ਵਾਸਤੇ ਭੁੱਖੇ ਮਰਨ ਜਾਂ ਸਿੱਖਾਂ ਨਾਲ ਰਲ ਕੇ ਆਪ ਲੁੱਟਮਾਰ ਕਰਕੇ ਛਕਾਉਣ। ਸੋ ਉਹਨਾਂ ਵਿੱਚੋਂ ਬਹੁਤਿਆਂ ਨੇ ਮਗਰਲਾ ਰਾਹ ਹੀ ਚੁਣਿਆ। ਰਾਤ ਨੂੰ ਜਦ ਧੂਏ ਉੱਤੇ ਬਹਿ ਕੇ ਲੋਕ ਸਿੰਘਾਂ ਦੇ ਧਣਿਆਂ ਦੀਆਂ ਗੱਲਾਂ ਕਰਦੇ ਤਾਂ ਗੱਭਰੂਆਂ ਨੂੰ ਉਹ ਬੜੀਆਂ ਚੰਗੀਆਂ ਲੱਗਦੀਆਂ। ਜਵਾਨੀ ਵਿੱਚ ਲੜਨ ਦਾ ਚਾਅ ਹੁੰਦਾ, ਇਸ ਵਾਸਤੇ ਉਹਨਾਂ ਨੂੰ ਸੂਰਮਿਆਂ ਦੀਆਂ ਸਾਖੀਆਂ ਹੀ ਪਸੰਦ ਆਉਂਦੀਆਂ ਸਨ। ਸਿੰਘਾਂ ਨਾਲ ਰਲਣ ਵਾਸਤੇ ਚੰਗਾ ਘੋੜਾ ਤੇ ਚੰਗਾ ਹਥਿਆਰ ਕੋਲ ਹੋਣਾ ਜ਼ਰੂਰੀ ਸੀ। ਜੋਸ਼ੀਲੇ ਗੱਭਰੂ ਘਰ ਦੀ ਘੋੜੀ, ਤਲਵਾਰ ਜਾਂ ਬੰਦੂਕ ਖਰੀਦ ਕੇ ਸਿੰਘਾਂ ਦੇ ਜਥੇ ਵਿੱਚ ਜਾ ਰਲਦੇ ਤੇ ਅੰਮ੍ਰਿਤ ਛਕ ਕੇ ਸਿੰਘ ਸੱਜ ਜਾਂਦੇ। ਸਿੰਘ ਸਰਦਾਰਾਂ ਦੇ ਸਿਪਾਹੀਆਂ ਦੀ ਤਨਖਾਹ ਨਹੀਂ ਸੀ ਹੁੰਦੀ।
ਉਹਨਾਂ ਨੂੰ ਲੁੱਟ ਦੇ ਮਾਲ ਵਿੱਚੋਂ ਹਿੱਸਾ ਮਿਲਦਾ ਸੀ। ਜੇ ਕਿਤੇ ਬਹੁਤੇ ਜਥੇ ਰਲ ਕੇ ਲੁੱਟਮਾਰ ਕਰਦੇ ਤਾਂ ਹਰ ਇੱਕ ਸਰਦਾਰ ਨੂੰ ਉਸਦੇ ਸਿਪਾਹੀਆਂ ਦੀ ਗਿਣਤੀ ਅਨੁਸਾਰ ਹਿੱਸਾ ਮਿਲਦਾ ਸੀ, ਜੋ ਉਹ ਅਗਾਂਹ ਆਪਣੀ ਫੌਜ ਵਿੱਚ ਵੰਡ ਦਿੰਦਾ। ਜਥੇਬੰਦੀ ਨੂੰ ਪੱਕਿਆਂ ਰੱਖਣ ਵਾਸਤੇ ਹਰ ਇੱਕ ਸਿੰਘ ਆਪਣੇ ਜਥੇਦਾਰ ਦੇ ਹੁਕਮ ਵਿੱਚ ਚੱਲਦਾ ਸੀ, ਪਰ ਸਮਾਜਿਕ ਤੇ ਧਾਰਮਿਕ ਤੌਰ ਉੱਤੇ ਹਰ ਸਿੱਖ ਦਾ ਇੱਕੋ ਜਿਹਾ ਦਰਜਾ ਹੁੰਦਾ ਸੀ। ਸਿੰਘਾਂ ਦੀ ਗਿਣਤੀ ਚੰਗੀ ਵੱਧ ਗਈ ਸੀ। ਉਹਨਾਂ ਦੇ ਸਿਆਣੇ ਜਰਨੈਲਾਂ ਨੇ ਇਹ ਲੋੜ ਅਨੁਭਵ ਕੀਤੀ ਕਿ ਇੱਕ ਪੱਕੀ ਜਥੇਬੰਦੀ ਵਿੱਚ ਖਾਲਸੇ ਦੇ ਛੋਟੇ ਛੋਟੇ ਜਥੇ ਬਣਾਏ ਜਾਣ, ਜੋ ਲੁੱਟ-ਮਾਰ ਕਰਨ ਵੇਲੇ ਤਾਂ ਆਪਣੇ ਸਰਦਾਰ ਦੀ ਆਗਿਆ ਵਿੱਚ ਸੁਤੰਤਰ ਹੋਣ, ਪਰ ਸਾਂਝੀ ਭੀੜਵਾਨੀ ਵਿੱਚ ਸਾਰੇ ਪੰਥ ਦੀ ਇੱਕ ਜਥੇਦਾਰੀ ਵਿੱਚ ਕੰਮ ਕਰਨ। 14 ਅਕਤੂਬਰ 1745 ਈਸਵੀ ਨੂੰ ਦੀਵਾਲੀ ਵਾਲੇ ਦਿਨ ਇਸ ਮਤਲਬ ਦੇ ਜਥੇ ਬਣਾਏ ਗਏ, ਜਿਨ੍ਹਾਂ ਦੀ ਇਕੱਠੀ ਤੇ ਸਾਂਝੀ ਫੌਜ ਦਾ ਨਾਮ ਦਲ ਖਾਲਸਾ ਰੱਖਿਆ ਗਿਆ। ਉਹਨਾਂ ਜਥਿਆਂ ਦੇ ਸਰਦਾਰ ਹੇਠ ਲਿਖੇ ਸਨ: ਨਵਾਬ ਕਪੂਰ ਸਿੰਘ ਫੈਜ਼ਲਾਪੁਰੀਆ, ਸ਼ਾਮ ਸਿੰਘ ਪਿੰਡ ਨਾਰੋਕੇ ਜ਼ਿਲ੍ਹਾ ਸਿਆਲਕੋਟ, ਗੁਰਬਖਸ਼ ਸਿੰਘ ਕਲਸੀਆਂ, ਕਰੋੜਾ ਸਿੰਘ ਪੈਜਗੜ੍ਹ, ਕਰਮ ਸਿੰਘ ਪੈਜਗੜ੍ਹ, ਗੁਰਦਿਆਲ ਸਿੰਘ ਡੱਲੇਵਾਲ, ਦਿਆਲ ਸਿੰਘ ਡੱਲੇਵਾਲ, ਨੌਦ ਸਿੰਘ ਸ਼ੁਕਰ ਚੱਕੀਆ, ਚੰਦਾ ਸਿੰਘ ਸ਼ੁਕਰ ਚੱਕੀਆ, ਕਾਲਾ ਸਿੰਘ ਪਿੰਡ ਕੰਗ, ਖਿਆਲਾ ਸਿੰਘ ਪਿੰਡ ਕੰਗ, ਬਾਗ ਸਿੰਘ ਪਿੰਡ ਹੱਲੋਵਾਲ, ਜੱਸਾ ਸਿੰਘ ਪਿੰਡ ਆਲੂ, ਹਰੀ ਸਿੰਘ ਪਿੰਡ ਪੰਜਵੜ, ਛਿੱਜਾ ਸਿੰਘ ਪੰਜਵੜ, ਦੀਪ ਸਿੰਘ ਸ਼ਹੀਦ, ਸੁਧਾ ਸਿੰਘ ਸ਼ਹੀਦ, ਸੁੱਖਾ ਸਿੰਘ ਤਖਾਣ ਮਾੜੀ ਕੰਬੋਕੀ, ਜੱਸਾ ਸਿੰਘ ਰਾਮਗੜੀਆ, ਭੂਮਾ ਸਿੰਘ ਕਨਈਆ, ਜੈ ਸਿੰਘ ਕਨਈਆ, ਹਕੀਕਤ ਸਿੰਘ ਕਨਈਆ, ਹੀਰਾ ਸਿੰਘ ਨਕਈ, ਸੱਦਾ ਸਿੰਘ ਕਨਈਆ, ਕਰਮ ਸਿੰਘ ਅੰਮ੍ਰਿਤਸਰ, ਧਰਮ ਸਿੰਘ ਅੰਮ੍ਰਿਤਸਰ, ਜਿਉਣ ਸਿੰਘ ਮਜ਼੍ਹਬੀ, ਬਦਨ ਸਿੰਘ ਮਜ਼੍ਹਬੀ, ਵੀਰ ਸਿੰਘ ਮਜ਼੍ਹਬੀ, ਅਗੜ ਸਿੰਘ ਮਜ਼੍ਹਬੀ। ਇਹਨਾਂ ਜਥਿਆਂ ਦੇ ਸਾਰੇ ਇਲਾਕੇ ਵਿੱਚ ਲੁੱਟਮਾਰ ਸ਼ੁਰੂ ਕਰ ਦਿੱਤੀ। ਸਾਰੇ ਪੰਜਾਬ ਵਿੱਚ ਆਵਾਜਾਈ ਰੁਕ ਗਈ ਤੇ ਹਰ ਤਰ੍ਹਾਂ ਦਾ ਵਪਾਰ ਵਿਹਾਰ ਬੰਦ ਹੋ ਗਿਆ। ਸਿੰਘ ਇੰਨੇ ਦਲੇਰ ਹੋ ਗਏ ਕਿ ਇੱਕ ਦਿਨ ਸ਼ਾਮ ਨੂੰ ਸਿੰਘਾਂ ਦੇ ਇੱਕ ਜਥੇ ਨੇ ਭੇਸ ਬਦਲ ਕੇ ਮੋਚੀ ਦਰਵਾਜ਼ੇ ਅੰਦਰ ਲੰਘ ਕੇ ਲਾਹੌਰ ਵਿੱਚ ਜਾ ਲੁੱਟ ਮਚਾਈ। ਦੁਕਾਨਦਾਰ ਦੁਕਾਨਾਂ ਬੰਦ ਕਰ ਰਹੇ ਸਨ ਜਾਂ ਸਿੰਘਾਂ ਛਾਪਾ ਮਾਰਿਆ। ਲੱਖਾਂ ਰੁਪਏ ਦਾ ਮਾਲ ਲੁੱਟ ਕੇ ਕੁਝ ਪੰਥ ਦੇ ਵੈਰੀ ਮੁੱਲਾ ਕਾਜੀ ਕਤਲ ਕਰਕੇ ਸ਼ਾਹੀ ਫੌਜ ਦੇ ਉੱਠਣ ਤੋਂ ਪਹਿਲਾਂ ਹੀ ਖਾਲਸਾ ਹਰਨ ਹੋ ਗਿਆ। ਸ਼ਾਹੀ ਫੌਜ ਮਗਰ ਪਈ, ਪਰ ਇੰਨੇ ਨੂੰ ਸਿੰਘ ਰਾਵੀ ਕੰਢੇ ਜੰਗਲ ਵਿੱਚ ਜਾ ਲੁਕੇ। ਯਾਹੀਆ ਖਾਨ ਨਵਾਂ ਸੂਬੇਦਾਰ ਬਣਿਆ ਸੀ। ਉਹਨੇ ਆਪਣੇ ਦੀਵਾਨ ਲਖਪਤ ਰਾਏ ਨੂੰ ਫੌਜ ਦੇ ਕੇ ਹੁਕਮ ਕੀਤਾ ਕਿ ਸਿੰਘਾਂ ਨੂੰ ਇਲਾਕੇ ਵਿੱਚੋਂ ਕੱਢ ਕੇ ਮੁੜੇ। ਲਖਪਤ ਰਾਏ ਫੌਜ ਲੈ ਕੇ ਚੜ੍ਹਿਆ ਤਾਂ ਸਿੰਘ ਰਾਵੀ ਦੇ ਕੰਢੇ ਛੱਡ ਕੇ ਏਮਨਾਬਾਦ ਨੂੰ ਚਲੇ ਗਏ। ਲਖਪਤ ਵਾਪਸ ਲਾਹੌਰ ਆ ਗਿਆ। ਏਮਨਾਬਾਦ ਦਾ ਫੌਜਦਾਰ ਜਸਪਤ ਰਾਏ ਲਖਪਤ ਦਾ ਭਾਈ ਸੀ। ਜਦ ਜ਼ਕਰੀਆ ਖਾਂ ਲਾਹੌਰ ਦਾ ਸੂਬੇਦਾਰ ਬਣਿਆ ਸੀ, ਉਹਨੇ ਜਸਪਤ ਰਾਏ ਨੂੰ ਜਲੰਧਰ ਦੀ ਫੌਜਦਾਰੀ ਤੋਂ ਹਟਾ ਕੇ ਏਮਨਾਬਾਦ ਦਾ ਫੌਜਦਾਰ ਬਣਾ ਦਿੱਤਾ ਸੀ ਤੇ ਅਦੀਨਾ ਬੇਗ ਨੂੰ ਜਲੰਧਰ ਦਾ ਫੌਜਦਾਰ। ਜਸਪਤ ਨੂੰ ਪਤਾ ਲੱਗਾ ਕਿ 2000 ਸਿੰਘ ਰੋੜੀ ਸਾਹਿਬ ਬੈਠੇ ਹਨ, ਤਾਂ ਉਹਨੇ ਸਖਤ ਹੁਕਮ ਭੇਜਿਆ ਕਿ ਇਸ ਵੇਲੇ ਮੇਰੇ ਇਲਾਕੇ ਵਿੱਚੋਂ ਚਲੇ ਜਾਓ। ਅੱਗੋਂ ਸਿੰਘਾਂ ਨੇ ਉੱਤਰ ਦਿੱਤਾ ਕਿ ਫੌਜਾਂ ਨੇ 3 ਦਿਨ ਤੋਂ ਲੰਗਰ ਨਹੀਂ ਛਕਿਆ, ਲੰਗਰ ਛਕ ਕੇ ਰਾਤ ਕੱਟ ਕੇ ਦਿਨੇ ਚਾਲੇ ਪਾ ਦਿੱਤੇ ਜਾਣਗੇ। ਜਸਪਤ ਇੰਨਾ ਲਿਹਾਜ਼ ਕਰਨ ਵਾਸਤੇ ਤਿਆਰ ਨਾ ਹੋਇਆ। ਉਹਨੇ ਫੌਜ ਇਕੱਠੀ ਕਰਕੇ ਸਿੰਘਾਂ ਉੱਤੇ ਹੱਲਾ ਕਰ ਦਿੱਤਾ। ਅੱਗੋਂ ਸਿੰਘ ਵੀ ਤਲਵਾਰਾਂ ਧੋ ਲਈਆਂ। ਬੜੀ ਘਮਸਾਣ ਦੀ ਲੜਾਈ ਹੋਈ। ਸਿੰਘ ਲੜਨਾ ਨਹੀਂ ਸਨ ਚਾਹੁੰਦੇ, ਪਰ ਲੜਾਈ ਬਦੋ ਬਦੀ ਉਹਨਾਂ ਦੇ ਗਲ ਪੈ ਗਈ ਸੀ। ਉਹ ਨਾਲੇ ਲੜਦੇ ਜਾਂਦੇ ਤੇ ਨਾਲੇ ਪਿੱਛੇ ਹਟਦੇ ਜਾਂਦੇ। ਅੰਤ ਦੋਵੇਂ ਧਿਰਾਂ ਬਦੋਕੀ ਗੁਸਾਈਆਂ ਕੋਲ ਅੱਪੜ ਗਏ। ਜਸਪਤ ਰਾਏ ਹਾਥੀ ਤੇ ਬੈਠਾ ਆਪਣੀਆਂ ਧਾੜਾਂ ਨੂੰ ਵੰਗਾਰ ਰਿਹਾ ਸੀ। ਉਹ ਸਰਦਾਰ ਨਿਵਾਹੂ ਸਿੰਘ ਦੀ ਨਿਗਾਹ ਪੈ ਗਿਆ। ਸਿੰਘ ਸ਼ੇਰ ਵਾਂਗ ਛਾਲ ਮਾਰ ਕੇ ਵੈਰੀ ਤੇ ਜਾ ਪਿਆ। ਹਾਥੀ ਦੀ ਪੂਛਲ ਫੜ ਕੇ ਉਹ ਉੱਤੇ ਜਾ ਚੜਿਆ ਤੇ ਤਲਵਾਰ ਨਾਲ ਜਸਪਤ ਦਾ ਸਿਰ ਲਾ ਲਿਆ। ਫੌਜਦਾਰ ਦਾ ਡਿੱਗਣਾ ਸੀ ਜਾਂ ਗਾਂਢਵੀਆਂ ਧਾੜਾਂ ਤੇ ਤਨਖਾਹਦਾਰ ਸਿਪਾਹੀਆਂ ਦਾ ਭੱਜਦਿਆਂ ਦਾ ਪਤਾ ਨਾ ਲੱਗਾ। ਬਾਬਾ ਕਿਰਪਾ ਰਾਮ ਨੇ 500 ਰੁਪਏ ਭੇਟਾ ਕਰਕੇ ਸਿੰਘਾਂ ਕੋਲੋਂ ਜਸਪਤ ਦਾ ਸਿਰ ਲਿਆ ਤੇ ਸੰਸਕਾਰ ਕੀਤਾ। ਜਿੱਥੇ ਅਜੇ ਤੱਕ ਜਸਪਤ ਦੀ ਸਮਾਧ ਖਲੀ ਹੈ। ਇਹ ਘਟਨਾ ਫਰਵਰੀ ਮਾਰਚ 1746 ਈਸਵੀ ਦੀ ਹੈ। ਜਸਪਤ ਨੂੰ ਮਾਰ ਕੇ ਸਿੰਘ ਏਮਨਾਬਾਦ ਤੇ ਜਾ ਪਏ ਤੇ ਸ਼ਹਿਰ ਲੁੱਟ ਕੇ ਫਿਰ ਰਾਵੀ ਦੇ ਝੱਲਾਂ ਵਿੱਚ ਜਾ ਵੜੇ। ਜਸਪਤ ਰਾਏ ਲਖਪਤ ਰਾਏ ਦੋਵੇਂ ਸਕੇ ਭਰਾ ਕਲਾਨੌਰ ਦੇ ਖੱਤਰੀ ਸਨ। ਲਖਪਤ ਰਾਏ 1726 ਈਸਵੀ ਤੋਂ 21 ਮਾਰਚ 1747 ਈਸਵੀ ਤੱਕ ਲਾਹੌਰ ਦਾ ਦੀਵਾਨ ਰਿਹਾ। ਜਦ
ਉਸਨੇ ਆਪਣੇ ਭਰਾ ਦੀ ਮੌਤ ਦੀ ਖਬਰ ਸੁਣੀ, ਉਹਨੂੰ ਅੱਗ ਲੱਗ ਗਈ। ਉਹਨੇ ਗੁੱਸੇ ਵਿੱਚ ਕਸਮ ਖਾਧੀ ਕਿ ਮੈਂ ਹੁਣ ਸਿੱਖ ਪੰਥ ਮੁਕਾ ਕੇ ਹੀ ਦਮ ਲਵਾਂਗਾ। ਉਹਦਾ ਖਿਆਲ ਸੀ ਕਿ ਮੇਰੀ ਨਰਮੀ ਕਰਕੇ ਹੀ ਸਿੱਖ ਬਚੇ ਹੋਏ ਹਨ, ਨਹੀਂ ਤਾਂ ਮੈਂ ਮਿਟਾਉਣਾ ਚਾਹਾਂਗਾ ਤਾਂ ਇਹ ਬਚ ਨਹੀਂ ਸਕਦੇ। ਉਹਨੇ ਹੰਕਾਰ ਵਿੱਚ ਇੱਥੋਂ ਤੱਕ ਕਿਹਾ ਕਿ ਇੱਕ ਖੱਤਰੀ ਨੇ ਹੀ ਪੰਥ ਚਲਾਇਆ ਸੀ ਤੇ ਹੁਣ ਇੱਕ ਖੱਤਰੀ ਦੇ ਹੱਥੋਂ ਹੀ ਮੁੱਕੇਗਾ। ਸਿੱਖਾਂ ਦੀ ਕਤਲਾਮ ਵਾਸਤੇ ਉਹਨੇ ਸੂਬੇਦਾਰ ਜੰਝਾ ਖਾਂ ਕੋਲੋਂ ਹੁਕਮ ਲਿਆ, ਜਿੱਥੇ ਵੀ ਕੋਈ ਸਿੱਖ ਮਿਲੇ ਉਹਨੂੰ ਕਤਲ ਕਰ ਦਿੱਤਾ ਜਾਵੇ। ਜਿਹੜਾ ਵੀ ਗੁਰੂ ਗੋਬਿੰਦ ਸਿੰਘ ਦਾ ਨਾਮ ਲਵੇ ਉਹਨੂੰ ਕਤਲ ਕਰ ਦਿੱਤਾ ਜਾਵੇ। ਸਿੱਖ ਦੇ ਸਿਰ ਵਾਸਤੇ ਇਨਾਮ ਦਿੱਤਾ ਜਾਵੇਗਾ। ਸਭ ਤੋਂ ਪਹਿਲਾਂ ਉਸਨੇ ਲਾਹੌਰ ਵਿੱਚ ਅਮਨ ਨਾਲ ਵਸਦੇ ਜਾਂ ਸਰਕਾਰੀ ਕੰਮਾਂ ਵਾਲੇ ਸਾਰੇ ਸਿੱਖ ਕੈਦ ਕਰ ਲਏ। ਇਹਨਾਂ ਵਿੱਚ ਨਾਮਵਰ ਲਾਹੌਰ ਦਾ ਕੋਤਵਾਲ ਸਰਦਾਰ ਸੁਬੇਗ ਸਿੰਘ ਤੇ ਉਹਦਾ ਜਵਾਨ ਪੁੱਤਰ ਸ਼ਾਹਬਾਜ਼ ਸਿੰਘ ਸੀ। ਇਸ ਤੋਂ ਪਹਿਲਾਂ ਦਲ ਖਾਲਸਾ ਦੇ ਜੰਗੀ ਸਿੰਘ ਹੀ ਕਤਲ ਹੁੰਦੇ ਰਹੇ ਸਨ ਤੇ ਉਹ ਸਰਕਾਰ ਵੱਲੋਂ ਬਾਗੀ ਸਮਝੇ ਜਾਂਦੇ ਸਨ, ਪਰ ਇਸ ਵੇਲੇ ਸਿੱਖ ਹੋਣਾ ਹੀ ਜੁਰਮ ਕਰਾਰ ਦਿੱਤਾ ਗਿਆ। ਜਾਨ ਬਚਾਉਣ ਦਾ ਢੰਗ ਇੱਕੋ ਸੀ ਕਿ ਇਸਲਾਮ ਧਾਰਨ ਕੀਤਾ ਜਾਵੇ। ਜਿਹੜੇ ਲਾਹੌਰ ਵਿੱਚੋਂ ਸ਼ਹਿਰੀ ਜਾਂ ਸਰਕਾਰੀ ਸਿੱਖ ਫੜੇ ਗਏ ਉਹਨਾਂ ਦੇ ਕਤਲ ਦਾ ਹੁਕਮ ਲਖਪਤ ਵੱਲੋਂ ਦਿੱਤਾ ਗਿਆ। ਇਹ ਸੁਣ ਕੇ ਸਾਰੇ ਸ਼ਹਿਰ ਵਿੱਚ ਹਾਹਾਕਾਰ ਮਚ ਗਈ। ਸ਼ਹਿਰ ਦੇ ਪਤਵੰਤੇ ਸੱਜਣ, ਜਿਨ੍ਹਾਂ ਵਿੱਚ ਨਾਮਵਰ ਦੀਵਾਨ ਕੌੜਾ ਮੱਲ, ਗੁੰਜਾਹੀ ਮੱਲ, ਕਸ਼ਮੀਰੀ ਮੱਲ ਖੁਰਾਣਾ, ਦੀਵਾਨ ਲੱਛੀ ਰਾਮ, ਦੀਵਾਨ ਸੂਰਤ ਸਿੰਘ, ਦਿਲੇ ਰਾਮ, ਹਰੀ ਮੱਲ, ਹਰੀ ਸਿੰਘ, ਗੁਲਜ਼ਾਰ ਸਿੰਘ ਤੇ ਭਾਈ ਦੇਸ ਰਾਜ ਸਨ, ਰਲ ਕੇ ਮੇਲਾ ਬਣ ਕੇ ਲਖਪਤ ਰਾਏ ਕੋਲ ਆਏ ਤੇ ਬੇਨਤੀ ਕੀਤੀ ਕਿ ਇਹਨਾਂ ਅਮਨ ਪਸੰਦ ਬੇਗੁਨਾਹ ਸਿੱਖਾਂ ਨੂੰ ਕਤਲ ਨਾ ਕੀਤਾ ਜਾਵੇ। ਉਹਨਾਂ ਲਖਪਤ ਦੇ ਗੁਰੂ ਭਾਈ ਜਗਤ ਭਗਤ ਮਾਨਕ ਵਾਲੇ ਤੋਂ ਵੀ ਇਹ ਖਵਾਇਆ, ਪਰ ਲਖਪਤ ਕਿਸੇ ਦੀ ਨਾ ਮੰਨਿਆ। ਅੰਤ ਉਹਨਾਂ ਕਿਹਾ ਕਿ ਇੰਨੀ ਹੀ ਮੰਨ ਲੈ ਕਿ ਇਹ ਹੱਤਿਆ ਸੋਮਵਾਰੀ ਮੱਸਿਆ ਵਾਲੇ ਦਿਨ ਨਾ ਕੀਤੀ ਜਾਵੇ, ਪਰ ਲਖਪਤ ਇਹ ਵੀ ਨਾ ਮੰਨਿਆ। ਸੋ ਉਹ ਸਾਰੇ ਸਿੱਖ ਸੋਮਵਾਰੀ ਮੱਸਿਆ ਦੇ ਦਿਨ ਨਖਾਸ ਚੌਂਕ ਵਿੱਚ ਕਤਲ ਹੋਏ। ਫਿਰ ਇਲਾਕੇ ਵਿੱਚੋਂ ਵੀ ਸਿੱਖ ਫੜ ਫੜ ਕੇ ਕਤਲ ਕੀਤੇ ਗਏ। ਲਖਪਤ ਨੇ ਸਾਰੇ ਸ਼ਹਿਰ ਦੇ ਇਲਾਕੇ ਵਿੱਚ ਇਸ਼ਤਿਹਾਰ ਫੇਰ ਦਿੱਤਾ ਕਿ ਕੋਈ ਆਦਮੀ ਗੁਰੂ ਗ੍ਰੰਥ ਸਾਹਿਬ ਨਾ ਪੜ੍ਹੇ। ਆਮ ਗ੍ਰੰਥ ਨੂੰ ਪੋਥੀ ਕਿਹਾ ਜਾਵੇ, ਕਿਉਂਕਿ ਗ੍ਰੰਥ ਕਹਿਣ ਤੋਂ ਸਿੱਖਾਂ ਦੇ ਧਾਰਮਿਕ ਗ੍ਰੰਥ ਦੇ ਅਰਥ ਨਿਕਲਦੇ ਨੇ। ਗੁੜ ਨੂੰ ਰੋੜੀ ਜਾਂ ਭੇਲੀ ਕਿਹਾ ਜਾਵੇ, ਕਿਉਂਕਿ ਗੁੜ ਕਹਿਣ ਨਾਲ ਗੁਰ ਦਾ ਚੇਤਾ ਆਉਂਦਾ ਹੈ। ਵਾਹਿਗੁਰੂ ਸ਼ਬਦ ਦਾ ਜਾਪ ਕੋਈ ਨਾ ਕਰੇ, ਹੁਕਮ ਅਦੂਲੀ ਕਰਨ ਵਾਲੇ ਨੂੰ ਕਤਲ ਕੀਤਾ ਜਾਵੇਗਾ ਜਾਂ ਮੁਸਲਮਾਨ ਕੀਤਾ ਜਾਵੇਗਾ। ਸਿੱਖ ਧਰਮ ਦੇ ਜਿੰਨੇ ਗ੍ਰੰਥ ਹੱਥ ਲੱਗੇ ਲਖਪਤ ਨੇ ਸਾੜ ਦਿੱਤੇ। ਦਲ ਖਾਲਸਾ ਜਸਪਤ ਨੂੰ ਕਤਲ ਕਰਕੇ ਏਮਨਾਬਾਦ ਲੁੱਟ ਕੇ ਰਾਵੀ ਦੇ ਜੰਗਲਾਂ ਵਿੱਚ ਆ ਵੜਿਆ। ਸ਼ਹਿਰੀ ਸਿੱਖਾਂ ਦੇ ਕਤਲ ਤੋਂ ਵਿਹਲਾ ਹੋ ਕੇ ਲਖਪਤ ਦਲ ਖਾਲਸੇ ਦੇ ਨਾਸ ਵਾਸਤੇ ਚੜ੍ਹਿਆ। ਲਾਹੌਰ ਦੀ ਸਾਰੀ ਫੌਜ ਸਣੇ ਤੋਪਖਾਨੇ ਤੇ ਇਲਾਕੇ ਦੇ ਸਭ ਫੌਜਦਾਰ ਤੇ ਚੌਧਰੀ ਆਪਣੀਆਂ ਧਾੜਾਂ ਸਣੇ ਲਖਪਤ ਦੇ ਨਾਲ ਸਨ। ਰਾਵੀ ਦੇ ਢਲਾਂ ਵਿੱਚ ਉਸ ਵੇਲੇ ਸਰਦਾਰ ਜੱਸਾ ਸਿੰਘ ਆਲੂਵਾਲੀ, ਸਰਦਾਰ ਨੌਦ ਸਿੰਘ ਸ਼ੁਕਰ ਚੱਕੀ, ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਵਾਲੇ ਤੇ ਸਰਦਾਰ ਗੁਰਦਿਆਲ ਸਿੰਘ ਡੱਲੇ ਵਾਲੀਏ ਦੇ ਜਥੇ ਸਨ। ਲਖਪਤ ਦੀਆਂ ਫੌਜਾਂ ਨੇ ਝੱਲ ਨੂੰ ਘੇਰਾ ਪਾ ਲਿਆ। ਉਦਾਲੇ ਤੋਪਾਂ ਜੰਬੂਰੇ ਵੀੜੇ ਦਿੱਤੇ ਗਏ ਤੇ ਲੱਗੇ ਗੋਲਾਬਾਰੀ ਕਰਨ। ਜਿਸ ਪਾਸੇ ਗੋਲੇ ਪੈਂਦੇ ਸਿੰਘ ਉਹ ਪਾਸਾ ਛੱਡ ਕੇ ਦੂਜੇ ਪਾਸੇ ਛਾਪਾ ਮਾਰ ਕੇ ਬੈਰੀ ਦੀ ਫੌਜ ਦਾ ਨੁਕਸਾਨ ਕਰਕੇ ਫਿਰ ਝੱਲ ਵਿੱਚ ਵੜ ਜਾਂਦੇ। ਇਸ ਤਰ੍ਹਾਂ ਉਹ ਲੜਦੇ ਲੜਾਉਂਦੇ ਰਾਵੀ ਦੇ ਨਾਲ ਨਾਲ ਪਹਾੜਾਂ ਨੂੰ ਤੁਰੇ ਜਾਂਦੇ। ਅੱਗੇ ਅੱਗੇ ਸਿੱਖ ਤੇ ਪਿੱਛੇ ਪਿੱਛੇ ਟਿੱਡੀ ਦਲ। ਸਿੱਖਾਂ ਕੋਲੋਂ ਦਾਰੂ ਸਿੱਕਾ ਤੇ ਖਾਣਾ ਦਾਣਾ ਮੁੱਕ ਗਿਆ। ਬੜੀ ਔਖੀ ਬਣੀ। ਦੇਸ਼ ਦੁਸ਼ਮਣ ਦੇ ਹੱਥ ਪੱਲੇ ਕੁਛ ਨਾ। ਝੱਲ ਵਿੱਚੋਂ ਸ਼ਿਕਾਰ ਮਾਰ ਕੇ ਜਾਂ ਦਰਖਤਾਂ ਦੇ ਪੱਤਰ ਖਾ ਕੇ ਸਿੰਘ ਗੁਜ਼ਾਰਾ ਕਰਦੇ, ਪਰ ਆਪਣੀ ਅਣਖ ਤੇ ਡਟੇ ਰਹੇ। ਇੱਕ ਦਿਨ ਸਿੰਘਾਂ ਨੇ ਵੈਰੀ ਦੀ ਫੌਜ ਉੱਤੇ ਲੌਡੇ ਵੇਲੇ ਹੱਲਾ ਬੋਲ ਦਿੱਤਾ, ਪਰ ਛੇਤੀ ਹੀ ਪਿਛਾਂਹ ਨੂੰ ਵਾਗਾਂ ਮੋੜ ਕੇ ਭੱਜ ਉੱਠੇ। ਵੈਰੀ ਨੇ ਸਮਝਿਆ ਕਿ ਸਿੱਖ ਪਿੰਡ ਛੱਡ ਕੇ ਦੂਰ ਨਿਕਲ ਗਏ ਹਨ, ਸੋ ਉਹ ਵੇਸਲੇ ਹੋ ਗਏ। ਅੱਧੀ ਰਾਤ ਸਿੰਘਾਂ ਨੇ ਵੈਰੀ ਦਲ ਉੱਤੇ ਬੜਾ ਕਹਿਰੀ ਹੱਲਾ ਕੀਤਾ। ਵੈਰੀ ਦੀ ਫੌਜ ਵਿੱਚ ਹਲਚਲ ਮਚ ਗਈ। ਕਿਸੇ ਨੂੰ ਇੱਕ ਦੂਜੇ ਦੀ ਸੁੱਧ ਲੈਣ ਦਾ ਸਮਾਂ ਨਾ ਮਿਲਿਆ। ਉਹਨਾਂ ਨੇ ਤਿਆਰ ਹੁੰਦਿਆਂ ਤੱਕ ਸਿੰਘ ਸੈਂਕੜਿਆਂ ਨੂੰ ਕਤਲ ਕਰਕੇ ਘੋੜੇ ਖੋਹ ਕੇ ਨਿਕਲ ਗਏ। ਇਸ ਹਮਲੇ ਨੇ ਵੈਰੀ ਦੀ ਫੌਜ ਨੂੰ ਬੜਾ ਬੇਹੌਸਲਾ ਕੀਤਾ, ਪਰ ਲਖਪਤ ਨੇ ਇਨਾਮ ਦਾ ਲਾਲਚ ਦੇ ਕੇ ਫੇਰ ਫੌਜਾਂ ਤਿਆਰ ਕਰ ਲਈਆਂ ਤੇ ਅੱਗੇ ਨਾਲੋਂ ਉਹ ਵਧੇਰੇ ਕਰੜਾਈ ਨਾਲ ਗੋਲਾਬਾਰੀ ਕਰਨ ਲੱਗਾ। ਸਿੰਘ ਇਹ ਛਾਪਾ ਮਾਰ ਕੇ ਫੇਰ ਝੱਲ ਵਿੱਚ ਵੜ ਗਏ ਸਨ।
ਉਹਨਾਂ ਦਾ ਖਿਆਲ ਸੀ ਕਿ 2-4 ਦਿਨ ਖੱਪ ਖਪਾ ਕੇ ਲਖਪਤ ਵਾਪਸ ਮੁੜ ਜਾਏਗਾ। ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਉਹ ਵਾੜ ਦਾ ਛਾਪਾ ਬਣ ਕੇ ਚੰਬੜੇਗਾ, ਕਿ ਛੇਤੀ ਮਗਰੋਂ ਲਹੇਗਾ ਹੀ ਨਹੀਂ ਤਾਂ ਇਸ ਵੇਲੇ ਉਹ ਇਸ ਝੱਲ ਵਿੱਚ ਨਿਕਲ ਕੇ ਦੁਆਬੇ ਮਾਲਵੇ ਨੂੰ ਨਿਕਲ ਜਾਂਦੇ। ਅੱਗੇ ਅੱਗੇ ਸਿੰਘ ਤੇ ਪਿੱਛੇ ਪਿੱਛੇ ਲਖਪਤ ਬਸੋਲੀ ਦੀਆਂ ਪਹਾੜੀਆਂ ਵੱਲ ਤੁਰੇ। ਸਿੰਘਾਂ ਦਾ ਖਿਆਲ ਸੀ ਕਿ ਪਹਾੜੀਏ ਹਿੰਦੂ ਇਸ ਧਰਮ ਯੁੱਧ ਵਿੱਚ ਜੋ ਮੁਗਲ ਰਾਜ ਦੀ ਗੁਲਾਮੀ ਕੋਲੋਂ ਲਾਉਣ ਵਾਸਤੇ ਆਰੰਭ ਕੀਤਾ ਹੋਇਆ ਸਾਡੀ ਮਦਦ ਕਰਨਗੇ। ਪਰ ਉਹ ਇਹ ਨਾ ਸਮਝੇ ਕਿ ਜੇ ਯਾਹੀਆ ਖਾਂ ਦਾ ਹਥਿਆਰ ਬਣ ਕੇ ਇੱਕ ਹਿੰਦੂ ਲਖਪਤ ਸਾਡੀ ਤਬਾਹੀ ਤੇ ਲੱਕਬੱਧੀ ਮਗਰ ਲੱਗਾ ਆ ਰਿਹਾ ਹੈ ਤਾਂ ਅੱਗੋਂ ਪਹਾੜੀਏ ਕਦੋਂ ਮਿੱਤਰ ਬਣਨ ਲੱਗੇ ਹਨ। ਲਖਪਤ ਨੇ ਉਹਨਾਂ ਪਹਾੜੀਆਂ ਨੂੰ ਪਹਿਲਾਂ ਹੀ ਆਪਣੇ ਨਾਲ ਗੰਢ ਲਿਆ ਹੋਇਆ ਸੀ ਤੇ ਸਰਕਾਰ ਦਾ ਕਰੜਾ ਹੁਕਮ ਵੀ ਭੇਜ ਛੱਡਿਆ ਸੀ ਕਿ ਕੋਈ ਸਿੱਖ ਬਚ ਕੇ ਨਾ ਨਿਕਲੇ। ਸਿੱਖਾਂ ਦੀ ਮਦਦ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਤੇ ਸਿੱਖ ਮਾਰਨ ਵਾਲੇ ਨੂੰ ਇਨਾਮ, ਇਹ ਹੁਕਮ ਪਹਾੜੀਆਂ ਦੇ ਕੰਨਾਂ ਤੱਕ ਵੀ ਪੁੱਜ ਚੁੱਕਾ ਸੀ। ਸੋ ਹਜ਼ਾਰਾਂ ਪਹਾੜੀਏ ਅੱਗੋਂ ਹਥਿਆਰ ਲੈ ਕੇ ਸਿੰਘਾਂ ਦੇ ਟੱਕਰੇ ਤੇ ਆ ਖੜੇ। ਸਿੰਘਾਂ ਨੇ ਸਮਝਿਆ ਕਿ ਇਹ ਸਾਡੀ ਮਦਦ ਵਾਸਤੇ ਆਏ ਹਨ। ਜਥੇਦਾਰਾਂ ਦਾ ਹੁਕਮ ਸੁਣ ਕੇ ਕਿ ਸਿੰਘ ਪਹਾੜਾਂ ਤੇ ਚੜ੍ਹ ਚੱਲਣ, ਕੁਝ ਸਿੰਘ ਹਿੰਮਤ ਕਰਕੇ ਬਸੋਲੀ ਦੇ ਪਹਾੜਾਂ ਤੇ ਜਾ ਚੜ੍ਹੇ ਤੇ ਪਹਾੜੀਆਂ ਦੀਆਂ ਧਾੜਾਂ ਵਿੱਚ ਜਾ ਵੜੇ। ਉਹਨਾਂ ਨੂੰ ਪਤਾ ਤਦ ਲੱਗਾ ਜਦ ਪਹਾੜੀਆਂ ਨੇ ਉਹਨਾਂ ਨੂੰ ਫੜ ਲਿਆ ਤੇ ਮਗਰ ਆਰਿਆਂ ਉੱਤੇ ਗੋਲੀਆਂ ਚਲਾਉਣੀਆਂ ਆਰੰਭ ਕਰ ਦਿੱਤੀਆਂ। ਇਹ ਹਾਲ ਉਹਨਾਂ ਸਿੰਘਾਂ ਦਾ ਹੋਇਆ ਜੋ ਪੜੋਲ ਤੇ ਕਠੂਹੇ ਦੀਆਂ ਪਹਾੜੀਆਂ ਉੱਤੇ ਚੜ੍ਹੇ। ਸਿੰਘਾਂ ਨੂੰ ਹੁਣ ਪਤਾ ਲੱਗਾ ਕਿ ਅਸਾਂ ਕੁਥਾਂ ਫਸੇ ਹਾਂ। ਸਿੰਘ ਰਾਵੀ ਦੇ ਸੱਜੇ ਕੰਢੇ ਲਹਿੰਦੇ ਪਾਸੇ ਜਾ ਰਹੇ ਸਨ। ਹੁਣ ਸਾਹਮਣੇ ਉੱਚੇ ਪਹਾੜ ਤੇ ਵੈਰੀ ਪਹਾੜੀਏ, ਪਿਛਲੇ ਪਾਸੇ ਲਖਪਤ ਦੀਆਂ ਫੌਜਾਂ ਤੇ ਚੜ੍ਹਦੇ ਪਾਸੇ ਦਰਿਆ ਰਾਵੀ ਠਾਠਾ ਮਾਰ ਰਿਹਾ ਸੀ। ਸਲਾਹ ਹੋਈ ਕਿ ਰਾਵੀ ਟੱਪ ਕੇ ਮਾਝੇ ਨੂੰ ਨਿਕਲ ਚੱਲੋ। ਦਰਿਆ ਦੀ ਹਾਥ ਲੈਣ ਵਾਸਤੇ ਸਰਦਾਰ ਗੁਰਦਿਆਲ ਸਿੰਘ ਡੱਲੇਵਾਲੀਏ ਦੇ 2 ਭਰਾਵਾਂ ਨੇ ਰਾਵੀ ਵਿੱਚ ਘੋੜੇ ਸੁੱਟੇ, ਪਰ ਨਾ ਘੋੜੇ ਨਾ ਸਵਾਰ ਹੀ ਮੁੜ ਕੇ ਨਜ਼ਰ ਪਏ। ਉਹਨਾਂ ਦੋਹਾਂ ਬਹਾਦਰਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਆਪਣੇ ਬਾਕੀ ਭਰਾਵਾਂ ਨੂੰ ਰਾਵੀ ਵਿੱਚ ਰੁੜਨ ਤੋਂ ਬਚਾ ਲਿਆ। ਸੋ ਸਰੋਤਿਓ, ਅੱਜ ਤੱਕ ਅਸੀਂ ਇੱਥੋਂ ਤੱਕ ਪੜ੍ਹਾਂਗੇ। ਇਸ ਕਿਤਾਬ ਦੇ ਅਸੀਂ 99 ਪੰਨੇ ਪੜ੍ਹ ਚੁੱਕੇ ਹਾਂ। ਅਗਲੇ ਦਿਨਾਂ ਦੇ ਵਿੱਚ ਅੱਗੇ ਪੜ੍ਹਨ ਦਾ ਯਤਨ ਕਰਾਂਗੇ। ਸੋ ਤੁਹਾਡਾ ਕੋਈ ਸੁਝਾਅ ਜਾਂ ਸਵਾਲ ਹੋਵੇ ਸਾਨੂੰ ਸਾਡੇ ਫੇਸਬੁੱਕ ਪੇਜ ਦੇ ਇਨਬਾਕਸ ਦੇ ਵਿੱਚ ਜ਼ਰੂਰ ਭੇਜੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ ਵਾਇਸ ਆਫ ਖਾਲਸਾ। ਸੋ ਸਰੋਤਿਓ, ਤੁਸੀਂ ਸੁਣਦੇ ਰਹੋ ਰੇਡੀਓ ਵਾਇਸ ਆਫ ਖਾਲਸਾ। ਮੈਨੂੰ ਜਾਣੀ ਜਰਨੈਲ ਸਿੰਘ ਚੱਕਰ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।